ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ 'ਤੇ। ਅੱਜ ਆਪਾਂ ਤੁਸੀਂ ਥੰਬਨੇਲ ਸਭ ਨੇ ਦੇਖ ਹੀ ਲਿਆ ਹੋਣਾ। ਜਿਓਗ੍ਰਾਫੀ ਦੇ ਟੌਪ ਇੰਪੋਰਟੈਂਟ MCQ ਹੋਣਗੇ, ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਨਾ, ਜਿਹੜੇ ਕਿ ਪੁਰਾਣੇ ਪੇਪਰਾਂ ਦੇ ਵਿੱਚ ਬਾਰ-ਬਾਰ ਆਏ ਹੋਏ ਨੇ। ਉਹਨਾਂ ਨੂੰ ਆਪਾਂ ਬੇਸਿਕਲੀ ਡਿਸਕਸ ਕਰਾਂਗੇ। ਔਰ ਨਾਲ ਹੀ ਅੱਜ ਆਪਾਂ 22 ਅਪ੍ਰੈਲ ਜਾਣੀ ਕਿ ਅਰਥ ਡੇ ਆ, ਇਹਦੇ ਬਾਰੇ ਜਿੰਨੇ ਕੁ ਫੈਕਟ ਬਣੇ ਆਪਣੇ ਐਗਜ਼ਾਮ ਓਰੀਐਂਟਡ, ਉਹਨਾਂ ਨੂੰ ਵੀ ਆਪਾਂ ਡਿਸਕਸ ਤੁਹਾਡੇ ਨਾਲ ਕਰਨਾ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਤਾਂ ਜੋ ਤੁਹਾਡਾ ਕੋਈ ਕੁਐਸਚਨ ਇਹਦੇ 'ਚੋਂ ਸਕਿਪ ਨਾ ਹੋਵੇ। ਜਿਹੜੇ ਚੈਨਲ ਦੇ ਉੱਪਰ ਨਵੇਂ ਨੇ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਦੇਖੋ, ਪਹਿਲਾਂ ਤਾਂ ਆਪਾਂ ਇਹ 'ਚ ਕਿਵੇਂ ਦਾ ਸ਼ਡਿਊਲ ਰਹੂਗਾ ਆਪਣਾ। ਇੰਪੋਰਟੈਂਟ MCQ ਇਹਨਾਂ ਨੂੰ ਡਿਸਕਸ ਕਰਨਾ, ਚਾਹੇ UPSC ਆ, PPSC ਆ, SSC ਆ, ਜਾਂ ਫਿਰ ਕੋਈ ਵੀ ਤੁਹਾਡਾ ਐਗਜ਼ਾਮ ਆ, ਵੇਰੀਅਸ ਐਗਜ਼ਾਮਸ, ਸਭ ਦੇ ਲਈ ਇੰਪੋਰਟੈਂਟ ਟੌਪਿਕ ਰਹੂਗਾ ਜਿੱਥੇ ਤੁਹਾਨੂੰ ਜਿਓਗ੍ਰਾਫੀ ਦੇ ਬਾਰੇ ਗੱਲਬਾਤ ਹੈਗੀ ਆ। ਤਾਂ ਅੱਜ 22 ਅਪ੍ਰੈਲ ਆ, ਅਰਥ ਡੇ ਆ, ਤਾਂ ਇਹ ਵੀ ਧਿਆਨ 'ਚ ਰੱਖਣਾ। ਇੱਕ ਤਾਂ ਦੇਖੋ ਆਉਂਦਾ ਹੁੰਦਾ ਇੰਪੋਰਟੈਂਟ ਡੇਜ਼ ਐਂਡ ਈਵੈਂਟਸ, ਤਾਂ ਉਹਦੇ 'ਚੋਂ April 22 ਅਰਥ ਡੇ। ਤਾਂ ਇਹਦੇ 'ਚ ਅਰਥ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਜਾਊਗੀ, ਮਤਲਬ ਕਿ ਕਲਾਈਮੇਟ ਵਗੈਰਾ ਨੂੰ, ਅਰਥ ਨੂੰ ਆਪਾਂ ਕਿਵੇਂ ਕੰਟਰੋਲ 'ਚ ਰੱਖ ਸਕਦੇ ਹਾਂ, ਕਿਵੇਂ ਇਹਨੂੰ ਬਚਾਇਆ ਜਾ ਸਕਦਾ ਕਲਾਈਮੇਟ ਨੂੰ ਕੰਟਰੋਲ ਕਰਕੇ। ਤਾਂ ਇਹਦੇ ਬਾਰੇ ਫੈਕਟ ਤਾਂ ਬਹੁਤ ਸਾਰੇ ਬਣਦੇ ਆ, ਪਰ ਆਪਾਂ ਸਾਰਿਆਂ ਨੂੰ ਯਾਦ ਨਹੀਂ ਰੱਖਣਾ। ਆਪਣੇ ਐਗਜ਼ਾਮ ਓਰੀਐਂਟਡ ਸਿਰਫ ਇੰਨੀ ਗੱਲ ਆ। ਅਤੇ ਵੀ ਇਸ ਵਾਰੀ ਮਤਲਬ ਕਦੋਂ ਮਨਾਇਆ ਜਾਂਦਾ ਇਹ April 22 ਨੂੰ, ਠੀਕ ਆ, ਹਰ ਸਾਲ April 22 ਨੂੰ। ਔਰ ਪਹਿਲਾਂ ਕਦੋਂ ਸੀ? 1970 ਦੇ ਵਿੱਚ, ਬਸ। ਔਰ ਗੂਗਲ ਨੇ 4 ਡੂਡਲ ਕੀ ਹੁੰਦੇ ਆ, ਜਦੋਂ ਆਪਾਂ google.com ਨੂੰ ਓਪਨ ਕਰਦੇ ਹਾਂ, ਦੈਨ ਅੱਗੇ ਆਉਂਦਾ ਹੁੰਦਾ ਸੀ ਕਾਫੀ ਕਲਰ ਦੇ ਵਿੱਚ ਉੱਪਰ ਗੂਗਲ ਲਿਖਿਆ ਹੋਇਆ। ਪਰ ਅੱਜ ਗੂਗਲ ਦੀ ਇਮੇਜ ਦੀ ਜਗ੍ਹਾ 'ਤੇ ਜਿਹੜਾ ਉੱਥੇ ਫੋਟੋ ਆਉਂਦੀ ਸੀ ਗੂਗਲ ਦੀ, ਦੈਨ ਉਹਦੀ ਜਗ੍ਹਾ ਦੇ ਉੱਤੇ ਅੱਜ ਅਲੱਗ-ਅਲੱਗ ਪਿਕਸ ਨੇ ਜਿਹੜੀਆਂ ਉਹ ਸ਼ੋਅ ਹੋਣਗੀਆਂ। ਉਹਨੂੰ ਕਹਿੰਦੇ ਆ ਵੀ ਗੂਗਲ ਜਦੋਂ ਕਿਸੇ ਖਾਸ ਪਰਸਨ ਦੇ ਲਈ ਜਾਂ ਫਿਰ ਖਾਸ ਪਲੇਸ ਦੇ ਲਈ, ਕਿਸੇ ਖਾਸ ਈਵੈਂਟ ਦੇ ਉੱਪਰ ਜਿਹੜੀ ਚੀਜ਼ ਵੀ ਆਪਣੇ ਉੱਥੇ ਗੂਗਲ ਦੀ ਜਗ੍ਹਾ 'ਤੇ ਚਿਪਕਾਉਂਦਾ ਜਾਂ ਲਾਉਂਦਾ, ਸ਼ੋਅ ਕਰਦਾ, ਉਹਨੂੰ ਕਿਹਾ ਜਾਂਦਾ ਗੂਗਲ ਡੂਡਲ। ਤਾਂ ਗੂਗਲ ਡੂਡਲ ਨੇ 4 ਨੇ ਜਿਹੜੀਆਂ ਪਲੇਸਿਸ ਉਹਨਾਂ ਨੂੰ ਦਿਖਾਇਆ, ਮਤਲਬ ਕਿ ਪਿੱਛੇ ਵਾਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਕਲਾਈਮੇਟ ਨੇ ਕਿਵੇਂ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ, ਦੈਨ ਉਹਨੂੰ ਸ਼ੋਅ ਕੀਤਾ ਗਿਆ। ਤਾਂ ਉਹਨਾਂ ਦਾ ਵੀ ਮੈਂ ਤੁਹਾਨੂੰ ਸਾਹਮਣੇ ਆ ਆਪਾਂ ਆਪਣੇ ਟੈਲੀਗ੍ਰਾਮ ਚੈਨਲ 'ਤੇ ਸ਼ੇਅਰ ਕਰਦੇ ਹਾਂ। ਆਪਾਂ ਡੇਲੀ ਦੀਆਂ ਕਰੰਟ ਹੁੰਦੀਆਂ ਨੇ, ਜੋ ਵੀ ਇੰਪੋਰਟੈਂਟ ਹੁੰਦਾ ਤੁਹਾਡੇ ਲਈ। ਤਾਂ ਦੇਖੋ, ਅੱਜ ਵਰਲਡ ਅਰਥ ਡੇ ਆ 22 ਅਪ੍ਰੈਲ। ਤਾਂ ਇਹਦੀ ਥੀਮ ਕੀ ਆ, ਆਹ ਧਿਆਨ 'ਚ ਰੱਖਣੀ ਆ ਤੁਸੀਂ, ਇਹ ਵੈਰੀ ਇੰਪੋਰਟੈਂਟ ਆ ਤੁਹਾਡੇ ਲਈ। ਇਨਵੈਸਟ ਇਨ ਆਵਰ ਪਲੈਨਟ। ਤਾਂ ਆਹ ਚੀਜ਼ ਤੁਸੀਂ ਬਸ ਇੰਨੀ ਕੁ ਧਿਆਨ 'ਚ ਰੱਖਿਓ, ਐਗਜ਼ਾਮ ਓਰੀਐਂਟਡ ਤੁਹਾਡੇ ਲਈ ਕਾਫੀ ਆ। ਤਾਂ ਇੱਕ ਵਾਰੀ ਇਹ ਕਦੋਂ ਸੀ? 1970। ਕਿੰਨਵੀਂ ਆ ਇਹ? 52ਵੇਂ ਨੰਬਰ ਦੀ, ਠੀਕ ਆ, 50 ਤੇ 2 52। ਤਾਂ ਇਹ ਵਾਲੀ ਐਨਵਰਸਰੀ ਹੈ ਇਹਨਾਂ ਦੀ 1970 ਤੋਂ। ਬਾਕੀ ਇਹ ਅਰਥ ਡੇ ਵਾਜ਼ ਰੀਨੇਮਡ ਓਫੀਸ਼ੀਅਲੀ ਬਾਏ UN, ਮਤਲਬ ਯੂਨਾਈਟਡ ਨੇਸ਼ਨ, ਇਨ 2009 ਐਜ਼ ਇੰਟਰਨੈਸ਼ਨਲ ਮਦਰ ਅਰਥ ਡੇ। 2009 ਤੋਂ ਇੰਟਰਨੈਸ਼ਨਲ ਮਦਰ ਅਰਥ ਡੇ ਹੋ ਗਿਆ। ਤਾਂ ਇਹ ਚੀਜ਼ਾਂ ਸੀ ਜਿਹੜੀਆਂ ਇੰਪੋਰਟੈਂਟ ਆ ਤੁਹਾਡੇ ਲਈ। ਆ ਬਾਕੀ ਦੇ ਫੈਕਟ ਮੈਂ ਤੁਹਾਨੂੰ ਬਹੁਤ ਵਾਰੀ ਵੀਡੀਓਜ਼ ਦੇ ਵਿੱਚ ਆਲਰੇਡੀ ਕਰਵਾ ਚੁੱਕੇ ਹਾਂ, ਤੁਸੀਂ ਇਹਨੂੰ ਵੀ ਪੜ੍ਹ ਸਕਦੇ ਹੋ। ਔਰ ਜਿਹੜੇ ਜਮੀ ਨਵੇਂ ਨੇ ਤਾਂ ਉਹ ਚੈਨਲ ਵੀ ਸਬਸਕ੍ਰਾਈਬ ਕਰ ਲਿਓ। ਔਰ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਤੁਸੀਂ ਉੱਥੇ ਵੀ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਡੇਲੀ ਦਾ ਕਰੰਟ ਔਰ MCQ ਜਾਂ ਫਿਰ ਕਰੰਟ ਦੇ ਕੁਇਜ਼ ਹੁੰਦੇ ਆ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੇ ਆ, ਤਾਂ ਉਹਨੂੰ ਵੀ ਪਲੀਜ਼ ਜੁਆਇਨ ਕਰਨਾ ਤੁਸੀਂ। ਦੇਖੋ, ਡੂਡਲ ਬਾਏ ਗੂਗਲ, ਤਾਂ ਆਹ ਉਹਨਾਂ ਦੇ ਬਣਾਏ ਹੋਏ ਨੇ, ਮਤਲਬ ਕਿ 1st, 2nd, 3rd, 4th। ਇੱਕ ਹੈਗਾ ਮਾਊਂਟ ਕਿਲੀਮੰਜਾਰੋ ਇਨ ਤੰਜ਼ਾਨੀਆ। ਹੁਣ ਦੇਖੋ, ਨਾਲੇ ਤਾਂ ਗੂਗਲ ਨੇ ਡੂਡਲ ਬਣਾਤਾ, ਤਾਂ ਇਹ ਵੈਰੀ ਇੰਪੋਰਟੈਂਟ ਹੋ ਜਾਂਦਾ। ਆਪਾਂ ਕਿਵੇਂ ਇਹਨੂੰ ਯਾਦ ਰੱਖਣਾ, ਬਸ ਮਾਊਂਟ ਕਿਲੀਮੰਜਾਰੋ ਤੰਜ਼ਾਨੀਆ ਦੇ ਵਿੱਚ, ਇੰਨਾ ਧਿਆਨ ਦੇ ਵਿੱਚ ਰੱਖਿਓ। ਜਿਹੜਾ ਇਹਨੇ ਦਿਖਾਇਆ ਗੂਗਲ ਨੇ, ਉਹ ਦਸੰਬਰ ਤੋਂ ਲੈ ਕੇ 1986 ਤੋਂ 2020 ਤੱਕ ਦਾ ਇਹਦੇ ਲਈ ਦਿਖਾਇਆ। ਔਰ ਇਸ ਤੋਂ ਬਾਅਦ ਇੱਕ ਗ੍ਰੀਨਲੈਂਡ ਦਾ, ਔਰ ਆਸਟ੍ਰੇਲੀਆ ਦਾ, ਐਂਡ ਇੱਕ ਜਰਮਨੀ ਦਾ। ਇਹਨਾਂ ਦੇ ਨਾਮ ਤੁਸੀਂ ਪੜ੍ਹ ਸਕਦੇ ਹੋ। ਤਾਂ ਇਹ 4 ਨੇ ਜਿਹੜੇ ਡੂਡਲ ਗੂਗਲ ਦੁਆਰਾ ਬਣਾਏ ਗਏ ਆ। ਵਿਦ ਉਹਨਾਂ ਦਾ ਟਾਈਮ ਪੀਰੀਅਡ ਆ ਮਾਰਚ ਤੋਂ ਲੈ ਕੇ 2016। ਆਹ ਹੈਗਾ ਦਸੰਬਰ ਤੋਂ 1995, 2020, 86 ਤੋਂ 2020, 2000 ਤੋਂ 2020। ਤਾਂ ਇਹ ਡੇਟਾ ਜਿਹੜਾ ਗੂਗਲ ਨੇ ਮਤਲਬ ਕਿ ਇਹਨਾਂ ਦਾ ਸ਼ੋਅ ਕੀਤਾ। ਤਾਂ ਹੁਣ ਆਪਾਂ ਗੱਲ ਕਰੀਏ ਮਦਰ ਇਹਦੇ ਬਾਰੇ, ਆਪਣਾ ਅਰਥ ਡੇ ਦੇ ਬਾਰੇ। ਤਾਂ ਇਹਨੂੰ ਇੰਟਰਨੈਸ਼ਨਲ ਮਦਰ ਅਰਥ ਡੇ ਦੇ ਵਾਂਗੂ ਵੀ ਜਾਣਿਆ ਜਾਂਦਾ। ਪਹਿਲੀ ਵਾਰੀ 22 ਅਪ੍ਰੈਲ 1970 ਨੂੰ ਇਹ ਕੀਤਾ ਗਿਆ ਸੀ। ਤਾਂ ਹੁਣ 22 ਅਪ੍ਰੈਲ ਨੂੰ ਇਹ ਕਿਉਂ ਮਨਾਇਆ ਜਾਂਦਾ? ਕਿਉਂਕਿ ਇਹ ਇੰਪੋਰਟੈਂਟ ਆ, ਬਿਕੋਜ਼ ਇਟ ਇਜ਼ ਸਪਰਿੰਗ ਇਨ ਦਾ ਨਦਰਨ ਹੈਮੀਸਫੇਅਰ ਐਂਡ ਦਾ ਆਟਮਨ ਇਨ ਦਾ ਸਦਰਨ ਹੈਮੀਸਫੇਅਰ। ਤਾਂ ਕਰਕੇ ਇਹ ਦਿਨ ਦੇ ਉੱਤੇ ਇਹ ਮਤਲਬ ਕਿ 22 ਅਪ੍ਰੈਲ ਨੂੰ ਹੀ ਮਨਾਇਆ ਜਾਂਦਾ ਗਾ। ਬਾਕੀ ਇਹਦੀ ਥੀਮ ਸੀਗੀ ਇਨਵੈਸਟ ਇਨ ਆਵਰ ਪਲੈਨਟ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। 2021 ਦੀ ਥੀਮ ਸੀ ਰੀਸਟੋਰ ਆਵਰ ਅਰਥ, ਐਂਡ 2020 ਦੀ ਹੈਗੀ ਸੀ ਥੀਮ ਵਾਸ ਕਲਾਈਮੇਟ ਐਕਸ਼ਨ।
देखो 20 वाली तक तो जान की लोड़ ही नहीं, 21 वाली तक भी क्योंकि हुण नवीं आ चुकी है, तो मतलब कि पुराने दे विच इन्ना कोई है नहीं, बट फिर भी एक बार इनू निगाह थाई दी कढ़ दो। रीस्टोर अवर अर्थ 2021 दी आ और 2022 दी इन्वेस्ट इन अवर प्लैनेट आ। द वर्ल्ड अर्थ डे वाज अर्लीयर डिसाइडेड टू सैलीब्रेट ऑन मार्च 21। पहला ये किया गया सी भी आप मार्च 21 ਨੂੰ सैलीब्रेट करिया करना 1970 ਨੂੰ ਐਜ਼ ਡੇ वन ऑफ द स्प्रिंग इन द नदਰਨ ਹੈਮੀਸਫੀਅਰ। ਇਸ ਤੋਂ ਬਾਅਦ ਬਾਕੀ ਦੀ ਖਬਰ ਜਿਹੜੀ ਆ ਮਤਲਬ ਬਾਅਦ ਦੇ ਵਿੱਚ ਸ਼ਿਫਟ ਕਰਕੇ ਅਪ੍ਰੈਲ 22 1970 ਨੂੰ कहता भी आप हुण इनू और रीनेम किया गया अर्थ डे। और इस तो बाद इन्होंने कहता सी भी नहीं आप 22 अप्रैल नूं जिहड़ा ये मनाउणा, पहला ये 21 मार्च नूं डिसाइड किया गया सी, बट फिर चेंज करके अप्रैल 22 नूं करता। देखो बच्चे होर इहदे बारे फैक्ट होर भी बहुत सारे बन सकते हैं, पर इस तो पहला अर्थ डे बारे मैं तुहानूं ऑलरेडी इन्वायरमेंट दी क्लासिस दे विच पूरा डिटेल नाल करवाया होया, तां करके मैं तुहानूं ज़्यादा इहदे च डैप्थ दे विच जाके कुछ नहीं दस्सिया। बस तुसीं इन्ना ध्यान च रखना 1970 तो लैके मनाया आंदा आ रहा, इस वारी 52वें नंबर का। और ਇਹਦੀ थीम आ जी इन्वैसट इन अवर प्लैनेट आ 2022 की थीम आ। बस तुसीं इन्ना ध्यान च रखो। तो हुण देखो पहला क्वेश्चन हैगा अपना एग्रीकल्चर दे बेस है, जैलो रेवोल्यूशन इज़ कंसर्नड विद। तो इहदा भी मैं तुहानूं टैलीग्राम ते प्रोवाइड करवाया सी बना के, तो ਉਹਦੇ ਵਿੱਚ ਜਿਹੜੇ ਬੱਚੇ ਜੁਆਇਨ ਆ ਉਹਨਾਂ ਨੂੰ ਤਾਂ ਇਹ ਸਭ ਦੇ ਬਾਰੇ ਪਤਾ ਹੋਊਗਾ ਵੀ ਕਿਹੜੀ ਕ੍ਰਾਂਤੀ ਕਿਹਦੇ ਨਾਲ ਆ। ਤਾਂ ਦੇਖੋ ਰੈਵੋਲੂਸ਼ਨ ਹੁੰਦਾ ਕ੍ਰਾਂਤੀ, ਤਾਂ ਪੀਲੀ ਕ੍ਰਾਂਤੀ ਆ ਜਿਹੜੀ, ਤਾਂ ਇਹ ਕਾਹਦੇ ਨਾਲ ਰਿਲੇਟਡ ਆ। ਤਾਂ ਇਹਦਾ ਕਰੈਕਟ ਆਪਸ਼ਨ ਹੈਗੀ ਆ ਆਇਲ ਸੀਡ ਪ੍ਰੋਡਕਸ਼ਨ। ਤਾਂ ਮਤਲਬ ਕਿ ਜਿਹੜੀ ਤੇਲ ਦੇ ਬੀਜਾਂ ਨਾਲ ਜਾਂ ਫਿਰ ਤੇਲ ਦੇ ਨਾਲ ਕ੍ਰਾਂਤੀ ਹੋਈ ਆ ਉਹਨੂੰ ਕਿਹਾ ਜਾਂਦਾ ਇਹ ਵਾਲੀ ਕ੍ਰਾਂਤੀ। ਤਾਂ ਹੁਣ ਇਹਦੇ ਬਾਰੇ ਕੁਝ ਫੈਕਟ ਦੇਖ ਲਈਏ ਆਪਾਂ। ਦੇਖੋ ਇੱਧਰ ਤਾਂ ਹੈਗੀਆਂ ਨੇ ਆਪਣੇ ਪ੍ਰੋਡਕਟਸ ਨੇ, ਠੀਕ ਆ, ਫਿਰ ਇੱਥੇ ਰੈਵੋਲੂਸ਼ਨ ਆ, ਇੱਥੇ ਫਾਦਰ ਆਪਾਂ ਸਾਰਿਆਂ ਦੇ ਨਹੀਂ ਯਾਦ ਰੱਖਣਾ। ਆਪਾਂ MS ਸਵਾਮੀਨਾਥਨ ਫੂਡ ਗ੍ਰੇਨਸ ਆਪਣੇ ਇੰਡੀਆ ਦੇ ਨੇ, ਔਰ ਬਾਕੀ ਇਹਨੂੰ ਆਪਾਂ MS ਸਵਾਮੀਨਾਥਨ ਨੂੰ ਯਾਦ ਰੱਖਣਾ ਵੀ ਆਪਣੇ ਕੌਣ ਨੇ ਫਾਦਰ ਇੰਡੀਅਨ ਕ੍ਰਾਂਤੀ ਦੇ MS ਸਵਾਮੀਨਾਥਨ। ਤਾਂ ਹੁਣ ਦੇਖੋ ਜਿਹੜੀ ਬਰਾਊਨ ਰੈਵੋਲੂਸ਼ਨ ਆ ਉਹ ਲੈਦਰ ਦੇ ਲਈ ਆ, ਜਿਹੜੀ ਗੋਲਡਨ ਆ ਉਹ ਜੂਟ ਦੇ ਲਈ ਆ। ਗੋਲਡਨ ਆ ਦੇਖੋ ਗੋਲਡਨ ਫਾਈਬਰ ਆ ਗਿਆ ਤਾਂ ਜੂਟ ਆ, ਜੇ ਇਕੱਲਾ ਗੋਲਡਨ ਆ ਉਹਦੇ 'ਚ ਫਰੂਟ ਆ ਜਾਂਦੇ ਆ, ਹਨੀ ਪ੍ਰੋਡਕਸ਼ਨ ਆ ਜਾਂਦਾ, ਹਾਰਟੀਕਲਚਰ ਆ ਜਾਂਦਾ। ਜੇ ਗ੍ਰੇ ਰੈਵੋਲੂਸ਼ਨ ਦੀ ਗੱਲ ਕਰੀਏ ਉਹ ਫਰਟੀਲਾਈਜ਼ਰ ਲਈ ਆ। ਸਿਲਵਰ ਰੈਵੋਲੂਸ਼ਨ ਐਗ ਪੈਟਰੋਲੀਅਮ ਲਈ ਆ। ਸਿਲਵਰ ਫਾਈਬਰ ਕਾਟਨ ਦੇ ਲਈ ਆ। ਰੈੱਡ ਮੀਟ ਜਾਂ ਫਿਰ ਟੋਮੈਟੋ ਦੇ ਲਈ ਆ। ਰਾਊਂਡ ਹੈਗੀ ਆ ਆਲੂ ਦੇ ਲਈ। ਆ ਆਲੂ ਵਾਲੀ ਥੋੜ੍ਹੀ ਜਿਹੀ ਇੱਕ ਸੈਪਰੇਟ ਜੀ ਬਣਦੀ ਆ, ਰਾਊਂਡ ਪੋਟੈਟੋ। ਬਲੈਕ ਰੈਵੋਲੂਸ਼ਨ ਹੈਗੀ ਆ ਪੈਟਰੋਲੀਅਮ ਪ੍ਰੋਡਕਟਸ ਐਂਡ ਗ੍ਰੀਨ ਰੈਵੋਲੂਸ਼ਨ ਹੈਗੀ ਆ ਫੂਡ ਗ੍ਰੇਨਸ। ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਵਾਰ ਤੋਂ ਕਲੀਅਰ ਹੋ ਗਈਆਂ। ਇਸ ਤੋਂ ਬਾਅਦ ਇੱਕ ਇਹਨਾਂ ਦੇ ਵਿੱਚ ਆਈ ਥਿੰਕ ਰਹਿ ਗਈ ਆ, ਇੱਕ ਤੁਸੀਂ ਨੋਟ ਕਰਨੀ ਆ, ਪਿੰਕ ਹੁੰਦੀ ਆ ਅਨੀਅਨ ਦੇ ਲਈ, ਜਾਣੀ ਕਿ ਪਿਆਜ਼ ਦੇ ਲਈ। ਓਕੇ, ਗ੍ਰੀਨ ਰੈਵੋਲੂਸ਼ਨ ਆਪਣਾ ਫੂਡ ਵਾਲੀਆਂ ਅਨਾਜ ਫਸਲਾਂ ਲਈ। ਗੋਲਡਨ ਹੋ ਗਈ ਫਰੂਟ ਵੈਜੀਟੇਬਲ ਵਗੈਰਾ ਲਈ। ਵਾਈਟ ਹੋ ਗਈ, ਵਾਈਟ ਵੀ ਆਈ ਥਿੰਕ ਇਹਦੇ 'ਚੋਂ ਮਿਸ ਆ। ਤਾਂ ਇੱਕ ਰਹਿ ਗਈ ਆਪਣੀ ਵਾਈਟ। ਵਾਈਟ ਕਾਹਦੇ ਲਈ ਆ? ਵਾਈਟ ਸੀ ਆਪਣੀ ਮਿਲਕ ਪ੍ਰੋਡਕਸ਼ਨ ਦੇ ਲਈ। ਬਰਾਊਨ ਆਪਾਂ ਗੱਲ ਕਰ ਰਹੀ ਫਰਟੀਲਾਈਜ਼ਰ ਦੇ ਲਈ ਆ। ਬਲੂ ਹੈਗੀ ਆ, ਬਲੂ ਵੀ ਇਹਦੇ 'ਚੋਂ ਨਹੀਂ ਹੈਗੀ। ਇੱਕ ਤੁਸੀਂ ਧਿਆਨ 'ਚ ਰੱਖਣੀ ਆ ਬਲੂ ਹੈਗੀ ਆ ਫਿਸ਼ਰੀ ਦੇ ਲਈ, ਮਤਲਬ ਕਿ ਫਿਸ਼ ਵਗੈਰਾ ਦੇ ਲਈ, ਅਤੇ ਉਹ ਵਾਲੀ ਹੋ ਗਈ। ਰੈੱਡ ਦੀ ਆਪਾਂ ਗੱਲ ਕਰ ਲਈ, ਬਲੈਕ ਦੀ ਕਰ ਲਈ, ਰਾਊਂਡ, ਯੈਲੋ ਔਰ ਪਿੰਕ ਰੈਵੋਲੂਸ਼ਨ। ਤਾਂ ਇਹ ਜਿੰਨੀਆਂ ਆਪਣੇ ਕੋਲੇ ਬਣਦੀਆਂ ਸੀ ਆਪਾਂ ਉਹਨਾਂ ਦੇ ਬਾਰੇ ਗੱਲ ਕੀਤੀ ਆ। ਤਾਂ ਇਹਨਾਂ ਦੇ ਬਾਰੇ ਕੁਝ ਕੁ ਫੈਕਟ ਨੇ ਜਿਹੜੇ ਆਪਾਂ ਐਗਰੀਕਲਚਰ ਦੀ ਗੱਲ ਕਰੀ, ਤਾਂ ਐਗਰੀਕਲਚਰ ਦੇ ਬਾਰੇ ਆਪਾਂ 2-4 ਫੈਕਟ ਇਹਨਾਂ ਦੇ ਹੋਰ ਕਰ ਲੈਂਦੇ ਹਾਂ ਕਿ ਇੰਡੀਆ ਦੇ ਵਿੱਚ ਕਦੋਂ ਸਟਾਰਟ ਕੀਤੀ ਗਈ ਆ। ਠੀਕ ਆ, ਤਾਂ ਇੰਡੀਆ ਦੇ ਵਿੱਚ 1966 ਦੇ ਵਿੱਚ ਪਹਿਲੀ ਸਟੇਜ ਸੀ ਇਹਦੀ। 1966 ਦੇ ਵਿੱਚ ਫਸਟ ਸਟੇਜ ਸੀ। ਤਾਂ ਹੁਣ ਇਹਦੇ 'ਚੋਂ ਗੱਲ ਆਵੇ ਤਾਂ ਮਤਲਬ ਕਿ ਵਰਲਡ ਦੇ ਵਿੱਚ ਜਿਹੜੇ ਫਾਦਰ ਨੇ ਇਹ ਕੌਣ ਨੇ, ਤਾਂ ਉਹਦੇ 'ਚ ਹੈਗੇ ਨੇ ਨਾਰਮੈਨ। ਇਹਦਾ ਆਪਾਂ ਸ਼ਾਰਟ ਵੀ ਪਾਇਆ ਹੋਇਆ ਬੱਚੇ ਚੈਨਲ ਦੇ ਉੱਤੇ, ਤੁਸੀਂ ਉਹਨੂੰ ਦੇਖ ਸਕਦੇ ਹੋ। ਤੁਹਾਡੇ ਐਗਜ਼ਾਮ ਜੋਗੇ ਫੈਕਟ ਆਪਾਂ ਉਹਦੇ 'ਚ ਵੀ ਤੁਹਾਡੇ ਨਾਲ ਡਿਸਕਸ ਕੀਤੇ ਨੇ। ਤਾਂ ਵਾਰਲੌਗ USA ਦੇ ਸੀਗੇ। ਤਾਂ ਇਹਨਾਂ ਨੂੰ ਕਿਹਾ ਜਾਂਦਾ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਇਨ ਦਾ ਵਰਲਡ। 1914 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਅਮਰੀਕਾ ਦੇ ਜੰਮੇ ਜਾਏ ਨੇ। ਤਾਂ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲ ਚੁੱਕਿਆ। ਬਾਕੀ ਹੋਰ ਵੀ ਇਹਨਾਂ ਨੂੰ ਕਾਫੀ ਪ੍ਰਾਈਜ਼ ਮਿਲਿਆ। ਤਾਂ ਨੋਬਲ ਪ੍ਰਾਈਜ਼ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਨੂੰ ਪੀਸ ਦੇ ਵਿੱਚ ਮਿਲਿਆ। ਔਰ ਆਪਣਾ ਵੀ ਇੱਕ ਅਵਾਰਡ ਇਹਨਾਂ ਨੂੰ ਦਿੱਤਾ ਜਾ ਚੁੱਕਿਆ। ਉਹਨੂੰ ਬੱਚੇ ਤੁਸੀਂ ਕਮੈਂਟ ਕਰਕੇ ਦੱਸਣਾ। ਆਈ ਥਿੰਕ 2006 ਦੇ ਵਿੱਚ ਆਪਣੇ ਵਾਲਾ ਇੰਡੀਆ ਦਾ ਸੈਕਿੰਡ ਹਾਈਐਸਟ ਸਿਵਲੀਅਨ ਅਵਾਰਡ ਆ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ, ਤਾਂ ਉਹਨੂੰ ਤੁਸੀਂ ਦੱਸਣਾ। ਔਰ ਇੱਕ ਜਦੋਂ 2009 ਦੇ ਵਿੱਚ ਇਹਨਾਂ ਦੀ ਡੈਥ ਹੋਈ ਆ, ਦੈਨ ਉਹਨਾਂ ਦੇ ਬਾਅਦ ਇਹਨਾਂ ਦੇ ਨਾਮ 'ਤੇ ਇੱਕ US ਨੇ ਅਵਾਰਡ ਸ਼ੁਰੂ ਕੀਤਾ ਸੀ, ਤਾਂ ਉਹਦਾ ਨਾਮ ਵੀ ਤੁਸੀਂ ਦੱਸਣਾ ਵੀ ਉਹਨਾਂ ਦਾ ਨਾਮ ਕੀ ਸੀਗਾ। ਤਾਂ ਇਹਨਾਂ ਨੇ ਮਤਲਬ ਹਾਈ ਵੈਰਾਈਟੀ, ਜਿਹਨੂੰ ਆਪਾਂ ਹਾਈਬ੍ਰਿਡ ਕਹਿੰਦੇ ਆ, ਤਾਂ ਹਾਈਬ੍ਰਿਡ ਬੀ ਵੈਰਾਈਟੀਆਂ ਤਿਆਰ ਕੀਤੀਆਂ ਸੀਗੀਆਂ ਇਹਨਾਂ ਨੇ। ਤਾਂ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਵਿਸ਼ਵ ਦੇ ਵਿੱਚ ਹਰੀ ਕ੍ਰਾਂਤੀ ਦੇ ਜਨਕ, ਔਰ ਇੰਡੀਆ ਦੇ ਵਿੱਚ ਆਪਣੇ MS ਸਵਾਮੀਨਾਥਨ ਨੇ। ਬਸ ਇੰਨੇ ਕੁ ਫੈਕਟ ਤੁਸੀਂ ਇਹਦੇ ਵਿੱਚੋਂ ਧਿਆਨ 'ਚ ਰੱਖਣੇ ਆ। ਚਲੋ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ।
ਰੱਬੀ ਜਾਂ ਫਿਰ ਰਾਬੀ ਕ੍ਰੌਪਸ ਆਰ ਸੋਨ। ਸੋਨ ਹੁੰਦਾ ਬੀਜਿਆ ਜਾਣਾ, ਤਾਂ ਮਤਲਬ ਹੁਣ ਇਹਦੇ 'ਚ ਆ ਗਿਆ ਵੀ ਇਹ ਕਦੋਂ ਬੀਜੀਆਂ ਜਾਂਦੀਆਂ। ਹੁਣ ਦੇਖੋ ਜੇ ਇਹਨਾਂ ਦੇ ਆਪਾਂ ਫੈਕਟ ਦੇਖੀਏ, ਓਕੇ, ਤਾਂ ਆਪਣੀ ਜਿਹੜੀ ਇਹ ਕਾਹਦੇ ਬੇਸ ਕੁਐਸਚਨ ਨੇ ਆਪਣੇ, ਐਗਰੀਕਲਚਰ, ਕਾਹਦੇ ਬੇਸ ਕੁਐਸਚਨ ਨੇ, ਐਗਰੀਕਲਚਰ ਬੇਸ ਕੁਐਸਚਨ ਨੇ। ਤਾਂ ਔਰ ਆਪਣੀ ਇੰਡੀਆ ਪਹਿਲਾਂ ਇੱਕ ਐਗਰੀਕਲਚਰ ਮਤਲਬ ਕਿ ਇਹਦੇ ਤੇ ਡਿਪੈਂਡ ਰਹਿੰਦੀ ਸੀ ਪ੍ਰੋਪਰ, ਕਿਉਂਕਿ ਆਪਣੀ ਇਕੋਨਮੀ ਦਾ ਇੱਕ ਮੇਨ ਧੁਰਾ ਹੁੰਦਾ ਸੀ ਇਹ ਐਗਰੀਕਲਚਰ ਸੀ ਜਿਹੜੀ, ਕਿਉਂਕਿ ਤਕਰੀਬਨ 50% ਤੋਂ ਜ਼ਿਆਦਾ ਲੋਕ ਸੀਗੇ ਜਿਹੜੇ ਉਹ ਇਹਦੇ ਤੇ ਹੀ ਡਿਪੈਂਡ ਕਰਦੇ। 1952 ਦੇ ਵਿੱਚ ਤਾਂ 85% ਡਿਪੈਂਡਿੰਗ, 90% ਡਿਪੈਂਡਿੰਗ ਇਹਦੇ ਤੇ ਸੀ। ਤਕਰੀਬਨ GDP ਦਾ ਅੱਧ ਤੋਂ ਜ਼ਿਆਦਾ ਹਿੱਸਾ ਆਪਣਾ ਇਕੋਨਮੀ ਤੋਂ ਹੁੰਦਾ ਸੀ। ਪਰ 2019-20 ਦੇ ਅੰਕੜੇ ਦੇਖੀਏ, ਆਪਣੀ ਖੇਤੀਬਾੜੀ ਤੇ ਡਿਪੈਂਡੈਂਸੀ ਹਾਫ ਰਹਿ ਗਈ ਆ, ਅਤੇ ਔਰ GDP ਦੇ ਵਿੱਚ ਵੀ ਕਾਫੀ ਕੰਟਰੀਬਿਊਸ਼ਨ ਘਟ ਗਿਆ, ਕਿਉਂਕਿ ਇਸ ਤੋਂ ਬਾਅਦ ਜਿਹੜੇ ਆਪਣੇ ਹੋਰ ਇੰਡਸਟਰੀਲਾਈਜੇਸ਼ਨ ਹੋ ਗਿਆ, ਤਾਂ ਉਹਨਾਂ ਦੇ ਕਰਕੇ ਕਾਫੀ ਇਹਨਾਂ ਦੀ ਡਿਪੈਂਡੈਂਸੀ ਘਟ ਗਈ ਆ, ਨਾਲ ਹੀ ਫਿਰ GDP ਦਾ ਵੀ ਟਰਮ ਘਟ ਗਈ। ਓਕੇ, ਤਾਂ ਹੁਣ ਦੇਖੋ ਇਹਦੇ 'ਚੋਂ ਹੋਰ ਕੁਐਸਚਨ ਕੀ ਆਉਂਦੇ ਆ। ਇੱਕ ਇਹਦੇ 'ਚੋਂ ਕੁਐਸਚਨ ਬਣਦਾ ਫਸਟ ਐਗਰੀਕਲਚਰ ਯੂਨੀਵਰਸਿਟੀ ਆਫ ਇੰਡੀਆ। ਇਹ ਵੀ ਬੱਚੇ ਫੈਕਟ ਆ, ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਵੀ ਭਾਰਤ ਦੀ ਪਹਿਲੀ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਆ। ਤਾਂ ਇਹ ਬਣੀ ਸੀ, ਜਾਂ ਫਿਰ ਆ ਜਾਂਦਾ ਕਦੋਂ ਬਣੀ ਆ, 1960 ਦੇ ਵਿੱਚ ਬਣੀ ਆ। ਤਾਂ ਇਹਦਾ ਨਾਮ ਕੀ ਸੀਗਾ, ਮੈਂ UP ਲਿਖ ਦਿੰਦਾ, ਵੈਸੇ ਉੱਤਰ ਪ੍ਰਦੇਸ਼ ਆ, ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ। ਠੀਕ ਆ, ਤਾਂ ਇਹ ਬਣਵਾਈ ਕਿਹਨਾਂ ਨੇ ਸੀਗੀ, JL ਨਹਿਰੂ, ਯਾਨੀ ਕਿ ਜਵਾਹਰ ਲਾਲ ਨਹਿਰੂ ਜੀ ਨੇ, 17 ਨਵੰਬਰ 1960 ਨੂੰ। ਤਾਂ ਆਹ ਤਾਂ ਹੋ ਗਿਆ ਇਹਦਾ ਫੈਕਟ। ਪਰ ਇਸ ਤੋਂ ਬਾਅਦ ਇਹਦਾ ਨਾਮ ਸੀ ਜਿਹੜਾ ਚੇਂਜ ਕਰਤਾ। ਹੁਣ ਇਹਦਾ ਪ੍ਰੈਜੈਂਟਲੀ ਨੇਮ ਕੀ ਆ, ਤਾਂ ਜਿਹੜੇ UP ਦੇ ਫਸਟ CM ਸੀਗੇ ਗੋਬਿੰਦ ਬੱਲਭ ਪੰਤ, ਇਹਨਾਂ ਦਾ ਨਾਮ ਅੱਗੇ ਲਾ ਕੇ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੀਕਲ ਟੈਕਨੋਲੋਜੀ ਰੱਖਤਾ। ਇਹਦਾ ਨੇਮ ਹੁਣ ਉੱਤਰਾਖੰਡ ਦੇ ਵਿੱਚ ਆ। ਆਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਉਂਕਿ ਬਹੁਤ ਵਾਰ ਈਵਨ UPSC ਦੇ ਐਗਜ਼ਾਮ ਦੇ ਵਿੱਚ ਵੀ ਆਇਆ ਹੋਇਆ ਕੁਐਸਚਨ ਹੈ ਇਹ। ਤਾਂ ਬੱਚੇ ਫੈਕਟ ਆ, ਤਾਂ GK ਦੇ ਪੁਆਇੰਟ ਆਫ ਵਿਊ ਤੋਂ ਵੀ, ਔਰ ਆਪਾਂ ਹੁਣ ਜਿਹੜਾ ਟੌਪਿਕ ਕਰ ਰਹੇ ਹਾਂ ਜਿਓਗ੍ਰਾਫੀ ਦੇ ਟੌਪਿਕ ਤੋਂ ਵੀ ਆਪਣਾ ਇਹ ਫੈਕਟ ਆ ਜਿਹੜਾ ਧਿਆਨ ਦੇ ਵਿੱਚ ਰੱਖਣਾ ਤੁਹਾਡਾ ਬਣਦਾ। ਤਾਂ ਇਹਨੂੰ ਨੋਟ ਕਰ ਲਿਆ ਹੋਊਗਾ ਤੁਸੀਂ, ਮੈਂ ਇਹਨੂੰ ਅਰੇਜ਼ ਕਰਨ ਲੱਗਿਆ ਬੱਚੇ। ਇਹ ਤੋਂ ਬਿਨਾਂ ਆਪਾਂ ਇੱਕ ਦੋ ਫੈਕਟ ਹੋਰ ਦੇਖਣੇ ਆ। ਦੇਖੋ, ਜਦੋਂ ਤਾਂ ਦੋ ਫਸਲਾਂ ਸੇਮ ਟਾਈਮ 'ਤੇ ਬੀਜੀਆਂ ਜਾਂਦੀਆਂ ਉਹਨੂੰ ਕਹਿੰਦੇ ਆ ਇੰਟਰ ਕ੍ਰੋਪਿੰਗ। ਇੱਕ ਟਰਮ ਹੁੰਦੀ ਆ ਇੰਟਰ ਕ੍ਰੋਪਿੰਗ। ਕੀ ਹੁੰਦਾ, ਟੂ ਕ੍ਰੌਪਸ ਔਨ ਸੇਮ ਟਾਈਮ। ਓਕੇ, ਅਤੇ ਜਿਹੜੀ ਮਿਕਸ ਫਾਰਮਿੰਗ ਹੁੰਦੀ ਆ ਉਹਦੇ 'ਚ ਕੀ ਹੁੰਦਾ, ਨਾਲੇ ਤਾਂ ਫੂਡ ਹੁੰਦਾ, ਨਾਲੇ ਫੋਡਰ ਕ੍ਰੌਪਸ ਹੁੰਦੀਆਂ ਨੇ, ਨਾਲ ਹੀ ਚਾਰਨਾ ਚਰਾਉਣਾ ਹੁੰਦਾ, ਜਿਹੜਾ ਸਾਰੀਆਂ ਚੀਜ਼ਾਂ ਇਹ ਆ ਜਾਂਦੀਆਂ। ਬਾਕੀ ਇੱਕ ਫੈਕਟ ਆ ਵੀ ਸਭ ਤੋਂ ਘੱਟ ਖੇਤੀ ਦੀ ਲੈਂਡ ਕਿੱਥੇ ਆ, ਇਹ ਤੁਸੀਂ ਕਮੈਂਟ ਕਰਕੇ ਦੱਸਣਾ। ਸਭ ਤੋਂ ਘੱਟ ਖੇਤੀਬਾੜੀ ਲੈਂਡ ਕਿਹੜੇ ਰਾਜ ਦੀ ਹੈ। ਆਹ ਬੱਚੇ ਤੁਸੀਂ ਕਮੈਂਟ ਕਰਕੇ ਇਹਦਾ ਜਿਹੜਾ ਆਨਸਰ ਆ ਤੁਸੀਂ ਉਹ ਦੱਸਣਾ। ਤਾਂ ਉਮੀਦ ਕਰਦਾ ਵੀ ਤੁਸੀਂ ਇਹਨਾਂ ਨੂੰ ਨੋਟ ਕਰ ਲਿਆ ਹੋਊਗਾ। ਤਾਂ ਹੁਣ ਆਪਾਂ ਆਪਣੇ ਜਿਹੜੇ ਫੈਕਟ ਨੇ ਕੁਐਸਚਨ ਦੇ ਰਿਗਾਰਡਿੰਗ, ਤਾਂ ਉਹਨੂੰ ਆਪਾਂ ਦੇਖੀਏ। ਤਾਂ ਹੁਣ ਇਹ ਕੁਐਸਚਨ ਆਪਣਾ ਬਣਦਾ ਐਗਰੀਕਲਚਰ ਦੇ ਵਿੱਚ ਸਬ ਟੌਪਿਕ ਆਉਂਦਾ ਫੂਡ ਕ੍ਰੌਪਸ। ਅਤੇ ਫੂਡ ਕ੍ਰੌਪਸ ਆਪਾਂ ਦੇ ਵਿੱਚ ਜਦੋਂ ਦੇਖਦੇ ਹਾਂ ਕ੍ਰੌਪਸ ਨੂੰ, ਤਾਂ ਕ੍ਰੌਪਸ ਨੂੰ ਆਪਾਂ ਡਿਵਾਈਡ ਕਰਦੇ ਹਾਂ 3 ਹਿੱਸਿਆਂ ਦੇ ਵਿੱਚ। ਪਹਿਲਾ ਰੱਬੀ ਕ੍ਰੌਪ, ਦੂਸਰਾ ਖਰੀਫ, ਤੀਸਰਾ ਜਾਇਦ ਫਸਲਾਂ। ਤਾਂ ਇਹ ਤਿੰਨਾਂ ਦੇ ਵਿੱਚੋਂ ਆਪਾਂ ਰੱਬੀ ਅਤੇ ਖਰੀਫ ਦੇ ਬਾਰੇ, ਹੁਣ ਰੱਬੀ ਦੇ ਬਾਰੇ ਕੁਐਸਚਨ ਬਣਿਆ ਤਾਂ ਇਹਦੇ ਬਾਰੇ ਡਿਸਕਸ ਕਰਨਾ। ਤਾਂ ਇਹਨੂੰ ਤੁਸੀਂ ਨੋਟ ਕਰ ਲਿਆ ਹੋਊਗਾ। ਤਾਂ ਹੁਣ ਆਪਾਂ ਦੇਖਦੇ ਇਹਨਾਂ ਦੇ ਫੈਕਟ। ਦੇਖੋ, ਜਿਹੜੀਆਂ ਰੱਬੀ ਕ੍ਰੌਪਸ ਨੇ ਇਹ ਤਕਰੀਬਨ ਵਿੰਟਰ ਦੇ ਵਿੱਚ ਬੀਜੀਆਂ ਜਾਂਦੀਆਂ ਨੇ, ਤਾਂ ਅਕਤੂਬਰ ਨਵੰਬਰ। ਤਾਂ ਆਪਸ਼ਨ A ਦਾ ਕਰੈਕਟ ਆਨਸਰ ਆ, ਅਕਤੂਬਰ ਤੋਂ ਨਵੰਬਰ ਦੇ ਵਿੱਚ ਇਹ ਜਿਹੜੀਆਂ ਨੇ ਬੋਈਆਂ ਜਾਂਦੀਆਂ ਨੇ। ਅਤੇ ਔਰ ਜਦੋਂ ਇਹਨਾਂ ਨੂੰ ਹਾਰਵੈਸਟ ਹੁੰਦਾ, ਇਹਨਾਂ ਦੀ ਕਟਾਈ ਕਰਨੀ, ਤਾਂ ਹਾਰਵੈਸਟ ਕਦੋਂ ਕੀਤਾ ਜਾਂਦਾ ਇਹਨਾਂ ਨੂੰ, ਸਮਰ ਗਰਮੀ ਦੇ ਸੀਜ਼ਨ 'ਚ, ਯਾਨੀ ਕਿ ਮਾਰਚ ਔਰ ਅਪ੍ਰੈਲ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਜਾਂਦਾ। ਇਹਨਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ, ਜਿਵੇਂ ਬੀਟ ਹੋ ਗਿਆ, ਮਸਟਰਡ ਹੋ ਗਿਆ, ਪੋਟੈਟੋ, ਗ੍ਰਾਮ। ਤੁਸੀਂ ਆਪਦੇ ਆਲੇ ਦੁਆਲੇ ਉਹ ਫਸਲਾਂ ਨੂੰ ਧਿਆਨ ਦੇ ਵਿੱਚ ਲਿਆਉਣਾ ਜਿਹੜੀਆਂ ਕਿ ਤੁਸੀਂ ਦੇਖਦੇ ਹੋ ਵੀ ਸਰਦੀ ਦੇ ਵਿੱਚ ਅਸੀਂ ਉਹਨਾਂ ਨੂੰ ਅਕਤੂਬਰ ਨਵੰਬਰ ਦੇ ਵਿੱਚ, ਜਾਣੀ ਕਿ ਧੁੰਦਾਂ ਤੋਂ ਪਹਿਲਾਂ ਜੇ ਤਕਰੀਬਨ ਬੀਜ ਦਿੰਦੇ ਹਾਂ। ਔਰ ਇਸ ਤੋਂ ਪਹਿਲਾਂ ਆਪਣੇ ਜਦੋਂ ਆਪ ਹੁੰਦੀ ਆ, ਹੁਣ ਵਿਸਾਖੀ ਲੰਘ ਕੇ ਹਟੀ ਆ, ਤਾਂ ਵਿਸਾਖੀ ਦੇ ਇਰਦ ਗਿਰਦ ਅਸੀਂ ਉਹ ਫਸਲਾਂ ਨੂੰ ਕੱਟ ਲੈਂਦੇ ਹਾਂ। ਤਾਂ ਉਹ ਫਸਲਾਂ ਨੂੰ ਕਿਹਾ ਜਾਂਦਾ ਰੱਬੀ ਕ੍ਰੌਪਸ ਆਰ। ਓਕੇ, ਤਾਂ ਇਹਦੇ ਲਈ ਕੀ ਹੁੰਦਾ, ਕਿਉਂਕਿ ਇਹਦੇ ਲਈ ਸਾਨੂੰ ਮੀਂਹ ਦੀ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ, ਪਾਣੀ ਦੀ ਜ਼ਿਆਦਾ ਨਹੀਂ ਹੁੰਦਾ, ਧਰਤੀ ਦੇ ਵਿੱਚੋਂ ਇਹਨਾਂ ਨੂੰ ਪਾਣੀ ਨਾਲ ਸਰ ਜਾਂਦਾ, ਤਾਂ ਕਰਕੇ ਅਸੀਂ ਕਹਿ ਦਿੰਦੇ ਹਾਂ। ਬਾਕੀ ਇਹਨਾਂ ਦੇ ਲਈ ਵੈਸਟਰਨ ਡਿਸਟਰਬੈਂਸ ਆ ਜਿਹੜੀ, ਉਹ ਮਤਲਬ ਕਿ ਕਹਿ ਲਓ ਤੁਸੀਂ ਚੰਗੀ ਹੁੰਦੀ ਆ ਕੁਛ ਕੁ ਦੇ ਲਈ।
ਓਕੇ। ਔਰ ਟੈਂਪਰੇਚਰ ਇੱਥੇ ਜੇ ਹੁਣ ਬੀਟ ਦੀ ਉਹ ਗੱਲ ਕਰ ਲਈਏ, ਬੀਟ ਦੇ ਲਈ ਟੈਂਪਰੇਚਰ 10 ਡਿਗਰੀ ਤੋਂ 25 ਡਿਗਰੀ ਸੈਂਟੀਗ੍ਰੇਡ ਹੁੰਦਾ। ਰੇਨ 80 CM ਸਾਲਾਨਾ ਦੇ ਨਾਲ ਚੱਲ ਜਾਂਦਾ। ਬਾਕੀ ਚਲੋ ਇੰਨੇ ਤਾਂ ਤੁਹਾਨੂੰ ਇਹਦੇ ਲਈ ਤਾਂ ਫੈਕਟ ਕਾਫੀ ਨੇ। ਤਾਂ ਹੁਣ ਦੇਖੋ ਇਹ ਤੋਂ ਬਿਨਾਂ ਆਪਾਂ ਹੋਰ ਗੱਲ ਕਰੀਏ, ਮੇਜਰ ਕ੍ਰੌਪਸ ਨੇ ਜਿਹੜੀਆਂ ਇਹਦੇ 'ਚ ਹੋਰ ਕਿਹੜੀਆਂ ਨੇ। ਜੇ ਤਾਂ ਤੁਹਾਨੂੰ ਆ ਜੇ ਵੀ ਦਾਲਾਂ ਦੇ ਵਿੱਚੋਂ, ਜਾਂ ਫਿਰ ਆ ਜੇ ਤੁਹਾਨੂੰ ਫਲਾਂ ਦੇ ਵਿੱਚੋਂ, ਜਾਂ ਫਿਰ ਸਬਜ਼ੀਆਂ ਦੇ ਵਿੱਚੋਂ, ਤਾਂ ਆਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਕ ਆਹ ਚਾਰਟ ਆ ਤੁਹਾਡੇ ਕੋਲ ਸਾਹਮਣੇ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੱਕ ਵਾਰ ਅੱਖਾਂ ਥਾਈਂ ਦੀ ਕੱਢ ਲਿਓ। ਬਾਕੀ ਜੇ ਹੁਣ ਗੱਲ ਕਰੀਏ ਖਰੀਫ ਕ੍ਰੌਪਸ ਦੀ, ਤਾਂ ਹੁਣ ਜਿਹੜੀਆਂ ਖਰੀਫ ਕ੍ਰੌਪਸ ਹੁੰਦੀਆਂ ਨੇ ਤਾਂ ਉਹ ਕਿਹੜੀਆਂ ਹੁੰਦੀਆਂ ਨੇ। ਹੁਣ ਇਹਨਾਂ ਨੂੰ ਜ਼ਿਆਦਾਤਰ ਇਹ ਡਿਪੈਂਡ ਕਾਹਦੇ 'ਤੇ ਕਰਦੀਆਂ ਨੇ, ਇੱਕ ਗੱਲ ਧਿਆਨ 'ਚ ਰੱਖਣੀ ਹੈ, ਇਹ ਡਿਪੈਂਡ ਹੁੰਦੀਆਂ ਨੇ ਮੌਨਸੂਨ 'ਤੇ। ਮੌਨਸੂਨ ਮਤਲਬ ਜਦੋਂ ਮੀਂਹ ਪਊਗਾ ਤਾਂ ਮੀਂਹ ਦਾ ਪਾਣੀ ਇਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਆ, ਤਾਂ ਕਰਕੇ ਇਹ ਮੌਨਸੂਨ 'ਤੇ ਡਿਪੈਂਡ ਕਰਦੇ ਆ। ਔਰ ਇਹਨਾਂ ਨੂੰ ਜਿਹੜਾ ਬੀਜਿਆ ਜਾਂਦਾ ਉਹ ਜੂਨ ਜੁਲਾਈ, ਜਿਵੇਂ ਕਿ ਆਪਾਂ ਚੌਲ ਲਾਉਂਦੇ ਆ, ਚੌਲ ਤੁਸੀਂ ਦੇਖਿਆ ਪਹਿਲਾਂ ਸਾਰੇ ਲੋਕ ਮੀਂਹ ਨੂੰ ਉਡੀਕਦੇ ਆ ਵੀ ਮੌਨਸੂਨ ਆ ਜੇ, ਮੌਨਸੂਨ ਆ ਜੇ, ਮੌਨਸੂਨ ਨਾਲ ਮੀਂਹ ਪਵੇ, ਸਾਨੂੰ ਪਾਣੀ ਹੋਰ ਨਾ ਲਾਉਣਾ ਪਵੇ, ਮੋਟਰਾਂ ਨਾ ਚਲਾਉਣੀਆਂ ਪੈਣ, ਕੱਦੂ ਈਜ਼ੀ ਹੋ ਜੇ ਕਰਨਾ। ਤਾਂ ਇਹ ਉਹ ਵਾਲੀਆਂ ਫਸਲਾਂ ਹੁੰਦੀਆਂ ਨੇ ਜਿਹੜੀਆਂ ਮੌਨਸੂਨ ਨੂੰ ਉਡੀਕ ਕੇ ਲੱਗਦੀਆਂ ਨੇ, ਜਾਣੀ ਕਿ ਜੂਨ ਅਤੇ ਜੁਲਾਈ ਦੇ ਵਿੱਚ ਤਕਰੀਬਨ ਇਹਨਾਂ ਦੀ ਬਿਜਾਈ ਆ ਜਿਹੜੀ ਉਹ ਹੁੰਦੀ ਆ। ਤਾਂ ਫਿਰ ਜੇ ਹੁਣ ਇੰਨੇ 'ਚ ਹੋ ਗਿਆ ਤਾਂ ਹਾਰਵੈਸਟ ਕਦੋਂ ਕਰਾਂਗੇ ਇਹਨਾਂ ਨੂੰ। ਹਾਰਵੈਸਟ ਉਹ ਆਪਾਂ ਉਹਦੇ 'ਚ ਬੀਜਦੇ ਸੀ, 1 ਅਕਤੂਬਰ ਨਵੰਬਰ ਦੇ ਵਿੱਚ ਕੱਟ ਲਈਆਂ ਜਾਂਦੀਆਂ। ਇਹਨਾਂ ਨੂੰ ਕੱਟਾਂਗੇ, ਰਾਬੀ ਨੂੰ ਬੀਜ ਦਾਂਗੇ। ਓਕੇ, ਤਾਂ ਖਰੀਫ ਨੂੰ ਕੱਟਾਂਗੇ, ਦੈਨ ਰਾਬੀ ਨੂੰ ਬੀਜ ਦਾਂਗੇ। ਤਾਂ ਇਹਦੇ ਬਾਰੇ ਵੀ, ਫਸਲਾਂ ਦੇ ਬਾਰੇ ਟੈਂਪਰੇਚਰ ਦੇ ਅਕੋਰਡਿੰਗਲੀ UPSC 2013 ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਖਰੀਫ ਫਸਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਤਾਂ ਬੱਚੇ ਜਿਨ੍ਹਾਂ ਨੇ ਤਾਂ ਇਹ ਤਰੀਕੇ ਧਿਆਨ ਦੇ ਨਾਲ ਕੀਤਾ ਹੋਊਗਾ ਦੈਨ ਉਹ ਤਾਂ ਇਹਨੂੰ ਕਰ ਹੀ ਦੇਊਗਾ। ਹੁਣ ਇਹਦੇ 'ਚ ਕਿਹੜੀਆਂ ਕਿਹੜੀਆਂ ਫਸਲਾਂ ਨੇ, ਜਿਵੇਂ ਕਿ ਚੌਲ ਹੋ ਗਏ ਆਪਣੇ, ਮਿਰਚ ਹੋ ਗਿਆ, ਸੋਇਆਬੀਨ ਹੋ ਗਈ, ਪੀਨਟ ਹੋ ਗਿਆ, ਕਾਟਨ ਹੋ ਗਿਆ, ਬਾਕੀ ਆ ਤੁਹਾਡੇ ਸਾਹਮਣੇ ਪਏ ਨੇ ਬਾਜਰਾ, ਮੱਕੀ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਲਿਸਟ ਨੂੰ ਇੱਕ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਦੇਖੋ ਤੁਹਾਨੂੰ ਰਾਬੀ ਖਰੀਫ ਦੋਨੋਂ ਕਲੀਅਰ ਹੋ ਗਈਆਂ। ਅਤੇ ਹੁਣ ਉਹਦੇ 'ਚੋਂ ਆਪਾਂ ਕਣਕ ਦੇ ਬਾਰੇ, ਬੀਟ ਦੇ ਬਾਰੇ ਗੱਲ ਕਰੀ ਸੀ। ਇਹਦੇ 'ਚੋਂ ਹੁਣ ਰਾਈਸ ਦੇ ਬਾਰੇ ਕੁਝ ਕੁ ਫੈਕਟ ਨੇ, ਤਾਂ ਰਾਈਸ ਨੂੰ ਤੁਸੀਂ ਦੇਖ ਲਓ ਕਿਉਂਕਿ ਆਪਣੇ ਇਹੀ ਮੁੱਖ ਫਸਲਾਂ ਨੇ। ਤਾਂ ਇਹ ਮੇਜਰ ਕ੍ਰੌਪ ਇੰਡੀਆ ਦੇ ਵਿੱਚ ਆ ਔਰ ਇਹਨੂੰ ਜ਼ਿਆਦਾ ਟੈਂਪਰੇਚਰ ਦੀ ਲੋੜ ਹੁੰਦੀ ਆ, ਕਿਉਂਕਿ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਹੁੰਦਾ ਨਾ, ਤਾਂ ਜ਼ਿਆਦਾ ਟੈਂਪਰੇਚਰ ਦੀ ਲੋੜ ਹੁੰਦੀ ਆ। ਪੂਰੇ ਵਿਸ਼ਵ ਦੇ ਵਿੱਚੋਂ ਚੀਨ ਸਭ ਤੋਂ ਜ਼ਿਆਦਾ, ਇੰਡੀਆ ਦੇ ਵਿੱਚ ਵੈਸਟ ਬੰਗਾਲ, UP, ਪੰਜਾਬ, ਉੜੀਸਾ ਇਹਨੂੰ ਪੈਦਾ ਕਰਦੇ ਨੇ। ਔਰ ਸਭ ਤੋਂ ਜ਼ਿਆਦਾ ਏਰੀਆ ਜੇ ਦੇਖੀਏ UP ਦੇ ਵਿੱਚ, ਸਭ ਤੋਂ ਜ਼ਿਆਦਾ ਏਰੀਆ ਜਿਹੜਾ ਕਵਰ ਕੀਤਾ ਜਾਂਦਾ। ਅਤੇ ਹੁਣ ਇਹਦੀ ਟੈਂਪਰੇਚਰ ਦੀ ਗੱਲ ਕਰੀਏ ਇਹਨੂੰ, ਤਾਂ ਐਵਰੇਜ ਇਹਨੂੰ ਵਰਖਾ ਚਾਹੀਦੀ ਹੈ, ਇਹਨੂੰ ਐਵਰੇਜ 150 CM, ਘੱਟੋ ਘੱਟ 100 ਸੈਂਟੀਮੀਟਰ ਤਾਂ ਇਹਨੂੰ ਮਤਲਬ ਕਿ ਚਾਹੀਦੀ ਹੋਈ ਆ ਵਰਖਾ। ਅਤੇ ਸੋਇਲ ਹੈ ਜਿਹੜੀ ਮਤਲਬ ਕਿ ਕਲੇਈ ਵਾਲੀ ਸੋਇਲ ਹੈ ਜਿਹੜੀ ਹੋਣੀ ਚਾਹੀਦੀ ਆ। ਬਾਕੀ ਇਹਦੀਆਂ ਵਰਾਇਟੀਜ਼ ਨੇ ਜਿਹੜੀਆਂ ਕਾਫੀ ਚੌਲਾਂ ਦੀਆਂ, ਜਿਵੇਂ ਕਿ ਜਮਨਾ ਹੋ ਗਈ, ਕਵੇਰੀ ਹੋ ਗਈ, ਜਯਾ ਹੋ ਗਈ, ਜਗਨਨਾਥ ਹੋ ਗਈ, ਕ੍ਰਿਸ਼ਨਾ, ਹੰਸਾ, ਵਿਜਯਾ, ਪਦਮਾ, ਅੰਨਪੂਰਨਾ, ਰਤਨਾ। ਤਾਂ ਇਹ ਨੇ ਜਿਹੜੀਆਂ ਇੰਪੋਰਟੈਂਟ ਐਗਜ਼ਾਮ ਦੇ ਵਿੱਚ ਬੱਚੇ ਆਈਆਂ ਹੋਈਆਂ ਨੇ। ਬਾਕੀ ਹਾਈਬ੍ਰਿਡ ਬਾਸਮਤੀ ਦੀ ਗੱਲ ਕਰੀਏ, ਪੂਸਾ RH10 ਹਾਈਬ੍ਰਿਡ ਬਾਸਮਤੀ ਆ। ਹੋਰ ਹਾਈਬ੍ਰਿਡ PHB 71 ਆ, ਗੰਗਾ, ਸਰੂਚੀ, KRH2, ਸਾਇਦਰੀ 4। ਤਾਂ ਇਹ ਨੇ ਜਿਹੜੀਆਂ ਹਾਈਬ੍ਰਿਡ ਨੇ ਇਹਨਾਂ 'ਚੋਂ। ਓਕੇ, ਰਾਈਸ ਬਾਲ ਆਫ ਇੰਡੀਆ, KG ਬਸੀਨ, ਕ੍ਰਿਸ਼ਨਾ ਗੋਦਾਵਰੀ ਦੇ ਖੇਤਰ ਨੂੰ ਕਹਿੰਦੇ ਆ, ਆਂਧਰਾ ਪ੍ਰਦੇਸ਼ ਦੇ ਵਿੱਚ ਆ। ਓਕੇ, ਤਾਂ ਇਹ ਸੀਗਾ ਆਪਣਾ ਖਰੀਫ ਦੇ ਲਈ। ਇਸ ਤੋਂ ਬਾਅਦ ਜਾਇਦ ਫਸਲਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੇ ਬਾਰੇ ਵੀ ਆਪਾਂ ਇੱਕ ਝਾਤ ਮਾਰ ਲੈਂਦੇ ਹਾਂ। ਆਹ ਬੱਚੇ ਬਾਕੀ ਖਰੀਫ ਦੇ ਬਾਰੇ ਤੁਸੀਂ ਫੈਕਟ ਆ ਤੁਹਾਨੂੰ ਦੇਖ ਲਿਓ ਇਹਨਾਂ ਨੂੰ ਤੁਸੀਂ। ਆਹ ਫਸਲਾਂ ਨੇ ਇੱਧਰ, ਆਹ ਤੁਹਾਡੇ ਕੋਲੇ ਬੀਜਣ ਦਾ ਸਮਾਂ ਦੱਸਿਆ ਹੋਇਆ, ਕਦੋਂ ਇਹਨਾਂ ਦੀ ਬਿਜਾਈ ਹੁੰਦੀ ਆ ਔਰ ਕਦੋਂ ਹੀ ਇਹਨਾਂ ਦੀ ਕਟਾਈ ਹੁੰਦੀ ਆ। ਆਹ ਇਹਦੀਆਂ ਉਦਾਹਰਨਾਂ ਕਹਿ ਲਓ ਜਾਂ ਫਿਰ ਤੁਸੀਂ ਫਸਲਾਂ ਕਹਿ ਸਕਦੇ ਹੋ। ਆਹ ਇੱਥੇ ਕਾਹਦੀ ਗੱਲ ਕਰ ਰਹੇ ਸੀ ਆਪਾਂ, ਖਰੀਫ ਦੀ। ਨੋਟ ਕਰ ਲਿਆ ਹੋਊਗਾ ਜਾਂ ਫਿਰ ਸਕਰੀਨਸ਼ਾਟ ਲੈ ਲਓ, ਜਾਂ ਤੁਸੀਂ ਇਹਨੂੰ ਨਾਲ ਦੀ ਨਾਲ ਨੋਟ ਕਰਦੇ ਚੱਲਣਾ। ਇਸ ਤੋਂ ਬਾਅਦ ਜਿਹੜੀਆਂ ਆਪਾਂ ਜਾਇਦ ਜਾਂ ਫਿਰ ਜਾਇਦ ਦੀਆਂ ਫਸਲਾਂ ਕਹਿ ਦਿੰਦੇ ਹਾਂ, ਅਤੇ ਇਹਨਾਂ ਨੂੰ ਕਦੋਂ ਬੀਜਿਆ ਜਾਂਦਾ, ਮਾਰਚ ਜੁਲਾਈ ਦੇ ਵਿੱਚ, ਮਤਲਬ ਕਿ ਰੱਬੀ ਅਤੇ ਖਰੀਫ ਦੇ ਵਿਚਾਲੇ ਜਿਹੜਾ ਇਹਨਾਂ ਦੇ ਵਿਚਾਲ ਦਾ ਪੀਰੀਅਡ ਹੁੰਦਾ, ਤਾਂ ਉਦੋਂ ਉਹਨਾਂ ਦੇ ਵਿਚਾਲੇ ਇਹ ਜਾਇਦ ਫਸਲਾਂ ਨੇ ਜਿਹੜੀਆਂ, ਹਰੀਆਂ ਸਬਜ਼ੀਆਂ, ਖੀਰਾਂ, ਖਰਬੂਜੇ, ਤਰਬੂਜ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਾਂ ਇਹਦੇ 'ਚ ਲਾ ਲੈਂਦੇ ਹਾਂ। ਓਕੇ, ਇਸ ਤੋਂ ਬਾਅਦ ਇੱਕ ਟਰਮ ਆਉਂਦੀ ਹੈ ਇਹਦੇ 'ਚ, ਕੈਸ਼ ਕ੍ਰੌਪਸ। ਇਹਨੂੰ ਵੀ ਧਿਆਨ 'ਚ ਰੱਖਣਾ, ਜਿਹੜੀਆਂ ਅਸੀਂ ਮਤਲਬ ਕਿ ਪ੍ਰੋਫਿਟ ਦੇ ਲਈ ਪੈਦਾ ਕਰਦੇ ਹਾਂ ਜਾਂ ਸਾਨੂੰ ਪ੍ਰੋਫਿਟ ਦਿੰਦੀਆਂ ਨੇ ਬਹੁਤ ਸਾਰਾ, ਜਿਵੇਂ ਕਿ ਆਪਣੇ ਕਾਟਨ ਹੋ ਗਿਆ, ਰੂ, ਠੀਕ ਆ, ਹੋਰ ਸ਼ੂਗਰਕੇਨ ਹੋ ਗਿਆ, ਇਹ ਸਾਡੀਆਂ ਕਾਹਦੇ 'ਚ ਆਉਂਦੀਆਂ ਨੇ, ਕੈਸ਼ ਕ੍ਰੌਪਸ ਦੇ ਵਿੱਚ ਆਉਂਦੀਆਂ ਨੇ। ਔਰ ਮਹਾਰਾਸ਼ਟਰ ਦੇ ਵਿੱਚ ਕਾਟਨ ਨੂੰ ਤਾਂ ਕਾਟਨ ਨੂੰ ਵਾਈਟ ਗੋਲਡ ਵੀ ਕਹਿੰਦੇ ਆ।
ਔਰ ਇਹਦੇ ਲਈ ਜੇ ਆਪਾਂ ਗੱਲ ਕਰੀਏ ਸੋਇਲ ਬਲੈਕ ਚਾਹੀਦੀ ਹੁੰਦੀ ਆ, ਔਰ 25 ਤੋਂ 35 ਡਿਗਰੀ ਤੱਕ ਟੈਂਪਰੇਚਰ ਕਲੀਅਰ ਸਕਾਈ ਚਾਹੀਦਾ ਹੁੰਦਾ, ਔਰ 75 ਤੋਂ 100 ਸੈਂਟੀਮੀਟਰ ਦੇ ਇਰਦ ਗਿਰਦ ਆ ਜਿਹੜੀ ਉਹ ਐਨੂਅਲ ਰੇਨਫਾਲ ਚਾਹੀਦੀ ਆ। ਡਨ। ਚਲੋ ਇਹ ਤਾਂ ਸੀਗੇ ਆਪਣੇ ਇਹਨਾਂ ਨੂੰ ਲੈ ਕੇ ਫੈਕਟ। ਇਸ ਤੋਂ ਬਾਅਦ ਆਪਣੇ ਆਇਲ ਸੀਡ ਦੀ ਗੱਲ ਕਰੀਏ, ਉਹਨਾਂ ਦੇ ਬਾਰੇ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਕਿਹੜੀਆਂ ਹੁੰਦੀਆਂ ਨੇ। ਸਰੋਂ ਹੋ ਗਿਆ, ਆਪਣੇ ਹੋਰ ਹੋ ਗਏ ਤਿਲ ਹੋ ਗਏ ਹੈ ਨਾ, ਸਨਫਲਾਵਰ ਹੋ ਗਿਆ, ਸੋਇਆਬੀਨ ਹੋ ਗਿਆ, ਜਿਨ੍ਹਾਂ ਤੋਂ ਸਾਨੂੰ ਤੇਲ ਮਿਲਦਾ। ਫਿਰ ਬਾਕੀ ਪਲਸ ਨੇ ਜਿਹੜੀਆਂ ਦਾਲਾਂ ਨੇ ਉਹਨਾਂ ਦੇ ਬਾਰੇ ਵੀ ਇੰਪੋਰਟੈਂਟ ਫੈਕਟ ਤੁਹਾਨੂੰ ਸਾਰੇ ਕਲੀਅਰ ਨੇ। ਤਾਂ ਬੱਚੇ ਇਹ ਤਾਂ ਆਪਣਾ ਐਗਰੀਕਲਚਰ ਦੇ ਵਿੱਚੋਂ ਜਿੰਨੇ ਕੁ ਫੈਕਟ ਸੀ ਤੁਹਾਨੂੰ ਕਲੀਅਰ ਹੋਣਗੇ। ਇਸ ਤੋਂ ਬਾਅਦ ਦੇਖੋ ਆਪਣਾ ਕੁਐਸਚਨ ਦੂਸਰਾ, ਤੇ ਹੁਣ ਆਪਾਂ ਗੱਲ ਕਰਨੀ ਆ ਤੀਸਰੇ ਕੁਐਸਚਨ ਦੀ। ਬਟ ਇਜ਼ ਝੂਮ, ਜਾਂ ਫਿਰ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਝੂਮ ਹੀ ਕਹਿ ਦਿੰਦੇ ਹਾਂ, ਜੂਮ ਵੀ ਕਹਿ ਦਿੰਦੇ ਆ। ਹੁਣ ਜਿਹੜੀ ਝੂਮ ਆ, ਇਹ ਝੂਮ ਕੀ ਆ? ਫੋਕ ਡਾਂਸ, ਦਾ ਨੇਮ ਆਫ ਦਾ ਰਿਵਰ ਵੈਲੀ, ਅ ਟਰਾਈਬ, ਅ ਟਾਈਪ ਆਫ ਕਲਟੀਵੇਸ਼ਨ। ਤਾਂ ਬੱਚੇ ਦੇਖੋ ਇਹ ਕੀ ਆ, ਇਹ ਟਾਈਪ ਆਫ ਕਲਟੀਵੇਸ਼ਨ ਆ, ਮਤਲਬ ਕਿ ਖੇਤੀ ਦੀ ਇੱਕ ਕਿਸਮ ਆ ਗਈ। ਨਾ ਇਹ ਟਰਾਈਬ ਆ, ਨਾ ਇਹ ਕੋਈ ਰਿਵਰ ਵੈਲੀ ਆ, ਨਾ ਇਹ ਕੋਈ ਡਾਂਸ ਆ। ਇਹ ਇੱਕ ਕੀ ਆ, ਕਲਟੀਵੇਸ਼ਨ ਦੀ ਟਾਈਪ ਆ ਝੂਮ। ਮਤਲਬ ਇਹਦੇ 'ਚ ਹੁੰਦਾ ਕੀ ਆ, ਝੂਮ ਖੇਤੀ ਦੇ ਵਿੱਚ ਜਾਣੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਕੇ ਜਿਹੜੀ ਖੇਤੀ ਕਰਦੇ ਆ, ਜਿਵੇਂ ਕਿ ਇੱਥੇ ਕੋਈ ਏਰੀਆ ਗਾ, ਏਰੀਆ ਨੂੰ ਸਾਫ਼ ਕਰਕੇ ਅੱਗ ਲਾਤੀ, ਜਾਂ ਫਿਰ ਉਹਨੂੰ ਕੁਛ ਕਰ ਲਿਆ ਜੰਗਲਾਂ ਦੇ ਵਿੱਚ, ਉੱਥੇ ਖੇਤੀ ਕੀਤੀ 1-2 ਸਾਲ, ਕੁਛ ਤੋਂ ਅੱਗ ਦੇ ਸੇਕ ਨਾਲ ਮਿੱਟੀ ਖਤਮ ਹੋ ਜਾਂਦੀ ਆ। ਦੂਸਰਾ ਉੱਥੇ ਕੋਈ ਫਸਲ ਲਾਈ, ਉਹਦੇ ਨਾਲ ਉਹ ਮਿੱਟੀ ਦਾ ਨੁਕਸਾਨ ਹੋ ਗਿਆ, ਬਸ 2-3 ਸਾਲ ਉੱਥੇ ਫਸਲ ਪੈਦਾ ਹੁੰਦੀ ਆ, ਦੈਨ ਉਹ ਮਿੱਟੀ ਆ ਜਿਹੜੀ ਉਹਦੇ 'ਚੋਂ ਜਮ੍ਹਾਂ ਜਿਹੜੇ ਉਹਦੇ ਫਸਲ ਪੈਦਾ ਕਰਨ ਵਾਲੇ ਤੱਤ ਨੇ ਬਿਲਕੁਲ ਨਸ਼ਟ ਹੋ ਗਏ। ਤਾਂ ਉਹ ਫਸਲ ਉਹਨੂੰ ਮਤਲਬ ਕਿ ਮਿੱਟੀ ਨੂੰ ਖੁੱਲ੍ਹੇ ਛੱਡ ਕੇ ਉੱਥੋਂ ਤੁਰ ਜਾਣਾ, ਕਿਤੇ ਹੋਰ ਜਾ ਕੇ ਹੀ ਸੇਮ ਪ੍ਰੋਸੈਸ ਫੋਲੋ ਕਰਨਾ, ਔਰ ਜਦੋਂ ਉੱਥੇ ਮਿੱਟੀ ਖਤਮ ਹੋ ਗਈ ਤਾਂ ਦੁਬਾਰੇ ਉਹ ਚੀਜ਼ ਜਗ੍ਹਾ ਦੇ ਉੱਤੇ ਆ ਜਾਣਾ। ਇਹਨੂੰ ਕਹਿੰਦੇ ਆ ਝੂਮ ਖੇਤੀ। ਮੈਂ ਤੁਹਾਨੂੰ ਬੜਾ ਸਿੰਪਲ ਜਿਹੇ ਸ਼ਬਦਾਂ ਦੇ ਵਿੱਚ ਸਮਝਾਇਆ। ਬਾਕੀ ਦੇਖੋ, ਵੇਅਰ ਵਾਜ਼ ਦਾ ਫਸਟ ਆਇਲ ਵੈਲ ਡਰਿਲਡ ਇਨ ਇੰਡੀਆ। ਹੁਣ ਆਪਾਂ ਭਾਰਤ ਦੀ ਗੱਲ ਕੀਤੀ ਆ ਵੀ ਫਸਟ ਆਇਲ ਵੈਲ, ਭਾਰਤ ਦੇ ਵਿੱਚ ਪਹਿਲਾ ਤੇਲ ਦਾ ਖੂਹ ਕਿੱਥੇ ਡਰਿਲ ਕੀਤਾ ਗਿਆ ਸੀ। ਤਾਂ ਇਹ ਆਪਣਾ ਕੁਐਸਚਨ ਆ। ਤਾਂ ਹੁਣ ਇਹਦੇ ਬਾਰੇ ਜਿਹੜੇ ਫੈਕਟ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਤੁਸੀਂ। ਦੇਖੋ ਬੱਚੇ, ਜੇ ਅਗਰ ਤੁਸੀਂ ਦੇਖਿਆ ਹੋਵੇ ਤਾਂ ਫਸਟ ਵੈਲ ਆਪਣੇ ਕਿੱਥੇ ਹੋਇਆ ਸੀ, ਡਿਗਬੋਈ ਦੇ ਵਿੱਚ। ਤਾਂ ਇਹਦਾ ਕਰੈਕਟ ਆਨਸਰ ਹੋ ਗਿਆ ਏ। ਓਕੇ, ਇਹ ਕਿੱਥੇ ਆ, ਅਸਾਮ ਦੇ ਵਿੱਚ ਆ, 1899 ਦੇ ਵਿੱਚ, ਔਰ ਕੰਪਲੀਟ ਕਰ ਲਿਆ ਸੀ ਇਹ 1890 ਦੇ ਵਿੱਚ। ਡੈਪਥ 662 ਫੀਟ ਬਾਏ ਅਸਾਮ ਰੇਲਵੇ, ਕਿਹਦੇ ਦੁਆਰਾ ਸੀ, ਅਸਾਮ ਰੇਲਵੇਜ਼ ਐਂਡ ਟ੍ਰੇਡਿੰਗ ਕੰਪਨੀ ਲਿਮਟਿਡ, ਰਜਿਸਟਰਡ ਐਟ ਲੰਡਨ। ਕਿਉਂਕਿ ਦੇਖੋ 1800 ਦੀ ਗੱਲ ਚੱਲ ਰਹੀ ਆ, ਉਦੋਂ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਉਦੋਂ ਕਰਾਊਨ ਰੂਲ ਚੱਲ ਰਿਹਾ ਸੀ 1857 ਦੇ ਰਿਵੋਲਟ ਤੋਂ ਬਾਅਦ। ਠੀਕ ਆ, ਤਾਂ ਤੁਸੀਂ ਕਹੋਗੇ ਵੀ ਦੇਖੋ ਅਸਾਮ ਆ ਗਿਆ, ਰੇਲਵੇ ਆ ਗਿਆ, ਟ੍ਰੇਡਿੰਗ ਕੰਪਨੀ ਆ ਗਈ, ਦੈਨ ਇੱਥੇ ਲੰਡਨ ਦੇ ਵਿੱਚ ਰਜਿਸਟਰ ਕਿਉਂ ਹੋਈ ਆ? ਕਿਉਂਕਿ ਦੈਟ ਟਾਈਮ ਆਪਾਂ ਆਜ਼ਾਦ ਨਹੀਂ ਹੋਏ ਸੀ, ਆਪਾਂ 1947 ਦੇ ਵਿੱਚ ਆਜ਼ਾਦ ਹੋਏ ਆ, ਬਟ ਇਹ 1899 ਦੀ ਗੱਲ ਚੱਲਦੀ ਆ। ਬਾਕੀ ਜੇ ਗੱਲ ਕਰੀਏ, ਦੇਖੋ ਹੋਰ ਇਹਨਾਂ ਦੇ ਬਾਰੇ, ਆ ਤੁਹਾਡੇ ਕੋਲ ਨੀਚੇ 3 ਪਾਈਪਲਾਈਨ ਦੇ ਨੇਮ ਨੇ, ਤੁਸੀਂ ਇਹਨਾਂ ਨੂੰ ਬੱਚੇ ਬਾਅਦ ਦੇ ਵਿੱਚ ਦੇਖ ਲਿਓ। ਇੱਕ ਹੈਗੀ ਆ ਵਰਲਡ ਦੀ ਸਭ ਤੋਂ ਲਾਰਜੈਸਟ, ਇੱਕ ਹੈਗੀ ਆ ਲੌਂਗੈਸਟ, ਇੱਕ ਹੈਗੀ ਆ ਫਸਟ। ਤਾਂ ਤਿੰਨੋਂ ਫੈਕਟ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਦੇਖ ਲਿਓ। ਔਰ ਜੇ ਆਪਾਂ ਹੁਣ ਆ ਗੱਲ ਕਰੀਏ, ਜਿਹੜਾ ਡਿਗਬੋਈ ਰਿਫਾਈਨਰੀ ਆ, ਇਹ ਸੈਟਅਪ ਕਿੱਥੇ ਸੀ, ਡਿਗਬੋਈ 1901 ਦੇ ਵਿੱਚ, ਬਾਏ ਅਸਾਮ ਆਇਲ ਕੰਪਨੀ ਲਿਮਟਿਡ। ਫਸਟ ਆਇਲ ਰਿਫਾਈਨਰੀ ਇਸਟੈਬਲਿਸ਼ਡ ਇਨ ਇੰਡੀਆ। ਦ ਰਿਫਾਈਨਰੀ ਨੋਨ ਐਜ਼ ਦਾ ਬਰਥ ਪਲੇਸ ਆਫ ਆਇਲ ਇੰਡਸਟਰੀ ਇਨ ਇੰਡੀਆ। ਇਹਨੂੰ ਮਤਲਬ ਕਿ ਇੰਡੀਆ ਦੇ ਵਿੱਚ ਬਰਥ ਪਲੇਸ ਕਿਹਾ ਜਾਂਦਾ, ਮਤਲਬ ਕਿ ਭਾਰਤ ਦੀ ਤੇਲ ਰਿਫਾਈਨਰੀ ਦੀ। ਦ ਕਮਿਸ਼ਨ ਆਫ ਦਾ ਰਿਫਾਈਨਰੀ ਸਟਾਰਟਡ ਔਨ 11 ਦਸੰਬਰ 1901। ਇਟ ਸਟੈਂਡ ਫਸਟ ਐਂਡ ਓਲਡੈਸਟ ਓਲਡ ਆਇਲ ਰਿਫਾਈਨਰੀ ਇਨ ਇੰਟਾਇਰ ਏਸ਼ੀਆ ਕੰਟੀਨੈਂਟ। ਮਤਲਬ ਕਿ ਇੱਧਰ ਪੂਰੇ ਏਸ਼ੀਆ ਦੇ ਵਿੱਚ ਹੀ ਸਭ ਤੋਂ ਪੁਰਾਣੀ ਕਹਿ ਸਕਦੇ ਹੋ ਤੁਸੀਂ ਇਹਨੂੰ। ਦ ਆਇਲ ਵਾਜ਼ ਫਾਊਂਡ ਐਕਸੀਡੈਂਟਲੀ ਇਨ ਦ ਡਿਗਬੋਈ ਡਿਸਟ੍ਰਿਕਟ ਇਨ 1867 ਵਾਈਲ ਲੇਇੰਗ ਰੇਲਵੇ ਲਾਈਨ। ਤਾਂ ਰੇਲਵੇ ਲਾਈਨ ਵਸਾਉਂਦੇ ਹੋਏ ਤਕਰੀਬਨ ਕਹਿੰਦੇ ਆ ਵੀ ਇਹਨਾਂ ਨੂੰ ਮਤਲਬ ਕਿ ਅਚਨਚੇਤ ਹੀ ਮਿਲ ਗਿਆ, ਐਕਸੀਡੈਂਟਲੀ ਮਿਲ ਗਿਆ ਇਹਨਾਂ ਨੂੰ। ਤਾਂ 1899 ਦੇ ਵਿੱਚ ਪ੍ਰੋਸੈਸ ਆਫ ਡਿਗਿੰਗ ਆਫ ਆਇਲ ਸਟਾਰਟਡ ਐਂਡ ਰਿਫਾਈਨਰੀ ਵਾਜ਼ ਐਸਟੈਬਲਿਸ਼ਡ ਇਨ 1901। ਤਾਂ ਆਹ ਕੁਝ ਕੁ ਫੈਕਟ ਸੀਗੇ ਜਿਹੜੇ ਇਹਨਾਂ ਦੇ ਬਾਰੇ ਆਪਾਂ ਧਿਆਨ 'ਚ ਰੱਖਣੇ ਆ। ਆਵਰ ਸੋਲਰ ਸਿਸਟਮ, ਪੰਜਵਾਂ ਕੁਐਸਚਨ, ਆਵਰ ਸੋਲਰ ਸਿਸਟਮ ਇਜ਼ ਲੋਕੇਟਡ ਇਨ ਵਿਚ ਗਲੈਕਸੀ। ਬੱਚੇ ਹੁਣ ਦੇਖੋ, ਤੁਹਾਨੂੰ ਪਤਾ ਵੀ ਪੂਰਾ ਬ੍ਰਹਿਮੰਡ ਆ, ਯੂਨੀਵਰਸ ਆ, ਯੂਨੀਵਰਸ ਦੇ ਵਿੱਚ ਗਲੈਕਸੀਆਂ ਨੇ, ਗਲੈਕਸੀਆਂ ਦੇ ਵਿੱਚ ਪਲੈਨਟ ਨੇ। ਤਾਂ ਉਹਨਾਂ ਦੇ ਵਿੱਚੋਂ ਹੀ ਆਪਣੀ ਧਰਤੀ ਆ ਜਿਹੜੀ, ਤਾਂ ਇਹ ਵੀ ਪਹਿਲਾਂ ਯੂਨੀਵਰਸ, ਯੂਨੀਵਰਸ ਦੇ ਬਾਅਦ ਗਲੈਕਸੀ, ਗਲੈਕਸੀ ਦੇ ਵਿੱਚੋਂ ਕਿਹੜੀ, ਮਿਲਕੀ ਵੇ ਗਲੈਕਸੀ। ਤਾਂ ਐਵੇਂ ਹੋਰ ਬਹੁਤ ਸਾਰੀਆਂ ਗਲੈਕਸੀਆਂ ਨੇ, ਪਰ ਆਪਾਂ ਜਿਹੜੀ ਗਲੈਕਸੀ ਦੇ ਵਿੱਚ ਆ ਉਹ ਕਿਹੜੀ ਆ, ਆਕਾਸ਼ ਗੰਗਾ ਜਾਂ ਮਿਲਕੀ ਵੇ ਗਲੈਕਸੀ ਆ। ਮਿਲਕੀ ਵੇ ਗਲੈਕਸੀ ਦੇ ਵਿੱਚ ਆ। ਮਿਲਕੀ ਵੇ ਗਲੈਕਸੀ ਕੰਟੇਨ ਆਵਰ ਸੋਲਰ ਸਿਸਟਮ। ਸਾਡਾ ਪੂਰਾ ਸੋਲਰ ਸਿਸਟਮ ਕਿਹੜੀ ਦੇ ਵਿੱਚ ਆ, ਮਿਲਕੀ ਵੇ ਗਲੈਕਸੀ ਦੇ ਵਿੱਚ ਆ।
इट नेम मिल्की इज़ डेरिवेड फ्रॉम इट्स अपीयरेंस एज डिम ग्लोइंग बैंड। चलो इन्ना तो ਆਪਾਂ नहीं करना ਇਹਦੇ 'ਚ, बस ਤੁਸੀਂ ਧਿਆਨ 'ਚ ਰੱਖਿਓ ਵੀ ਆਪਣਾ ਜਿਹੜਾ ਗਲੈਕਸੀ ਆ ਕਿਹੜੀ ਆ, ਮਿਲਕੀ ਵੇ ਆਪਣਾ ਸੋਲਰ ਸਿਸਟਮ ਇਹਦੇ ਵਿੱਚ ਆਉਂਦਾ। ਇਸ ਤੋਂ ਬਾਅਦ ਵਿਚ ਪਲੈਨਟ ਇਜ਼ ਕਾਲਡ ਈਵਨਿੰਗ ਸਟਾਰ। ਤਾਂ ਹੁਣ ਇਹਨਾਂ ਦੇ ਵਿੱਚੋਂ ਕਿਹੜੇ ਗ੍ਰਹਿ ਨੂੰ ਈਵਨਿੰਗ ਸਟਾਰ ਕਿਹਾ ਜਾਂਦਾ। ਹੁਣ ਦੇਖੋ ਬੱਚੇ, ਇਹਦਾ ਆਪਸ਼ਨ ਹੈਗੀ ਆਪਣੇ ਕੋਲੇ ਵੀਨਸ। ਵੀਨਸ ਨੂੰ ਸੈਕੰਡ ਪਲੈਨਟ ਫਰੋਮ ਦਾ ਸਨ ਕਿਹਾ ਜਾਂਦਾ। ਸਿਮਿਲਰ ਸਟਰਕਚਰ ਬਟ ਸਲਾਈਟਲੀ ਸਮਾਲਰ ਦੈਨ ਅਰਥ, ਅਰਥ ਦਾ ਟਵਿਨ ਵੀ ਕਿਹਾ ਜਾਂਦਾ। ਇੰਪੋਰਟੈਂਟ ਫੈਕਟ ਕੀ ਆ, ਇਹ ਸੈਕੰਡ ਆ ਔਰ ਅਰਥ ਦਾ ਜੁੜਵਾ। ਵੀਨਸ ਇਜ਼ ਵਨ ਆਫ ਜਸਟ 2 ਪਲੈਨਟਸ ਦੈਟ ਰੋਟੇਟ ਫਰੋਮ ਈਸਟ ਟੂ ਵੈਸਟ। ਦੇਖੋ ਇੱਧਰ ਨੂੰ ਘੁੰਮਦੇ ਆ, ਬਾਕੀ ਜਦ ਕਿ ਸਾਰੇ ਇੱਧਰ ਨੂੰ ਘੁੰਮਦੇ ਆ, ਪਰ ਇਹ ਦੋ ਨੇ ਜਿਹੜੇ ਇੱਧਰ ਨੂੰ ਘੁੰਮਦੇ ਆ। ਓਕੇ, ਓਨਲੀ ਵੀਨਸ ਐਂਡ ਯੂਰੇਨਸ ਹੈਵ ਦਿਸ ਬੈਕਵਰਡਸ ਰੋਟੇਸ਼ਨ। ਇਹ ਇੱਕ ਫੈਕਟ ਆ ਤੁਹਾਡਾ। ਦੇਖੋ ਯੂ ਐਂਡ ਬੀ ਦੋਨੋਂ ਪਾਸ ਨੇ, ਤਾਂ ਇਹ ਦੋਨੋਂ ਪਾਸ ਵਾਲੇ ਹੀ ਕੀ ਕਰਦੇ ਨੇ, ਮਤਲਬ ਕਿ ਈਸਟ ਤੋਂ ਵੈਸਟ ਵੱਲ ਰੋਟੇਟ ਕਰਦੇ ਆ। ਹੋਰ ਇਹਦੇ ਬਾਰੇ ਫੈਕਟ ਕੀ ਆ, ਵੀਨਸ ਹੈਜ਼ ਨੋ ਮੂਨਸ ਐਂਡ ਨੋ ਰਿੰਗਸ। ਨਾ ਤਾਂ ਇਹਦੇ ਆਲੇ ਦੁਆਲੇ ਛੱਲੇ ਨੇ, ਨਾ ਹੀ ਇਹਦੇ ਆਲੇ ਦੁਆਲੇ ਕੋਈ ਮੂਨ ਆ, ਜਿਵੇਂ ਕਿ ਆਪਣਾ ਅਰਥ ਦਾ ਹੈਗਾ ਮੂਨ। ਓਕੇ, ਔਨ ਵੀਨਸ 1 ਡੇ ਨਾਈਟ ਸਾਈਕਲ। ਚਲੋ ਆ ਤਾਂ ਜ਼ਿਆਦਾ ਡੈਫਥ ਦੇ ਵਿੱਚ ਆ ਬੱਚੇ, ਜਿਹਨੇ ਪੜ੍ਹਨਾ ਹੋਇਆ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ, ਪਰ ਆਪਣਾ ਐਗਜ਼ਾਮ ਓਰੀਐਂਟਡ ਤੁਸੀਂ ਇੰਨਾ ਨਾ ਕੰਟੈਂਟ ਇਕੱਠਾ ਕਰੋ। ਪਰ ਕਈਆਂ ਦਾ ਕੋਈ ਇਦੋਂ ਵੀ ਉੱਪਰ ਦਾ ਐਗਜ਼ਾਮ ਹੁੰਦਾ, ਤੁਸੀਂ ਉਹਨੂੰ ਨੋਟ ਕਰ ਸਕਦੇ ਹੋ। ਬਾਅਦ ਦੇ ਵਿੱਚ ਰਿਵੀਜ਼ਨ ਦੇ ਵਿੱਚ ਤੁਹਾਨੂੰ ਜਿੰਨਾ ਕਿ ਐਗਜ਼ਾਮ PPSC ਜਾ ਸਕਦਾ ਉੱਥੇ ਤੱਕ ਮੈਂ ਤੁਹਾਨੂੰ ਆਪਣੇ ਆਪ ਤੋਂ ਕਰਵਾ ਦੂੰਗਾ। ਬਾਕੀ ਫੈਕਟ ਆ ਬੱਚੇ, ਸ਼ੋਅ ਤਾਂ ਮੈਨੂੰ ਕਰਨੇ ਪੈਂਦੇ ਆ, ਤੁਸੀਂ ਉਹਨੂੰ ਜਿਹਦੇ ਕੋਲ ਟਾਈਮ ਹੈ ਉਹਨੂੰ ਨੋਟ ਕਰ ਲਿਓ ਜਾਂ ਫਿਰ ਇੱਥੋਂ ਪੜ੍ਹ ਸਕਦਾ। ਬਸ ਯਾਦ ਰੱਖਿਓ ਵੀ ਵੀਨਸ ਸੈਕੰਡ ਪਲੈਨਟ ਆ, ਅਰਥ ਦਾ ਸਾਡੀ ਦਾ ਟਵਿਨ ਆ ਇਹ, ਔਰ ਇਹ ਤੇ ਯੂਰੇਨਸ ਸਿਰਫ ਦੋ ਨੇ ਜਿਹੜੇ ਈਸਟ ਤੋਂ ਵੈਸਟ ਵੱਲ ਚੱਲਦੇ ਆ। ਤਾਂ ਇਹਦੇ 'ਚ ਕੋਈ ਆਪਦਾ ਇਹਦੇ ਕੋਲ ਮੂਨ ਹੈ ਨਹੀਂ, ਕੋਈ ਇਹਦੇ ਛੱਲਾ ਹੈ ਨਹੀਂ, ਤਾਂ ਇਹਦੇ 'ਚ 117 ਅਰਥ ਦੇ ਦਿਨਾਂ ਦੇ ਬਰਾਬਰ ਦਿਨ ਆ। ਬਿਕੋਜ਼ ਵੀਨਸ ਰੋਟੇਟ ਇਨ ਦਾ ਡਾਇਰੈਕਸ਼ਨ ਓਪੋਜਿਟ ਆਫ, ਮਤਲਬ ਕਿ ਓਪੋਜਿਟ ਘੁੰਮ ਰਿਹਾ ਹੈ। ਬਾਕੀ ਜਿਹੜਾ ਇੰਡੀਅਨ ਮਿਸ਼ਨ ਇਹਦੇ 'ਤੇ ਭੇਜਿਆ ਹੋਇਆ ਉਹ ਤੁਸੀਂ ਯਾਦ ਰੱਖਣਾ, ਸ਼ੁਕਰਯਾਨ। ਤਾਂ ਸ਼ੁਕਰਯਾਨ ਮਿਸ਼ਨ ਅਸੀਂ ਇਹਦੇ ਉੱਤੇ ਭੇਜਿਆ ਹੋਇਆ। ਇਸ ਤੋਂ ਬਾਅਦ ਦ ਸਟ੍ਰੇਟ ਆਫ ਮਲੱਕਾ ਕਨੈਕਟਸ ਵਿਚ 2 ਇੰਪੋਰਟੈਂਟ ਵਾਟਰ ਬੋਡੀਜ਼। ਹੁਣ ਦੇਖੋ ਬੱਚੇ, ਦ ਸਟ੍ਰੇਟ ਆਫ ਮਲੱਕਾ, ਹੁਣ ਇੱਕ ਟਰਮ ਆਈ ਹੈ ਸਟ੍ਰੇਟ। ਤਾਂ ਸਟ੍ਰੇਟ ਨੂੰ ਪਹਿਲਾਂ ਤੁਸੀਂ ਸਮਝ ਲਿਓ, ਪਹਿਲਾਂ ਆਪਾਂ ਇਹਦਾ ਕੁਐਸਚਨ ਦਾ ਆਨਸਰ ਕਰਦੇ ਹਾਂ, ਫਿਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ ਸਟ੍ਰੇਟ ਕੀ ਆ, ਔਰ ਕੁਝ ਇੰਪੋਰਟੈਂਟ ਸਟ੍ਰੇਟ ਨੇ ਜਿਹੜੀਆਂ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸਟ੍ਰੇਟ ਆਫ ਮਲੱਕਾ ਵਾਟਰਵੇ ਕਨੈਕਟ ਟੂ ਅੰਡੇਮਾਨ ਸੀ, ਇੰਡੀਅਨ ਓਸ਼ੀਅਨ ਐਂਡ ਦਾ ਸਾਊਥ ਚਾਈਨਾ ਸੀ, ਪੈਸੀਫਿਕ ਓਸ਼ੀਅਨ। ਇਹਨਾਂ ਨੂੰ ਕੀ ਕਰਦੀ ਆ, ਕਨੈਕਟ ਕਰਦੀ ਆ। ਤਾਂ ਇਹਦਾ ਆਨਸਰ ਆ ਏ। ਓਕੇ, ਇਟ ਰਨਸ ਬਿਟਵੀਨ ਦ ਇੰਡੋਨੇਸ਼ੀਅਨ ਆਈਲੈਂਡ ਆਫ ਸਮੱਤਰਾ ਟੂ ਦਾ ਵੈਸਟ ਐਂਡ ਦ ਪੈਨਨਸੂਲਰ ਵੈਸਟ ਮਲੇਸ਼ੀਆ ਐਕਸਟ੍ਰੀਮ ਸਦਰਨ ਥਾਈਲੈਂਡ ਟੂ ਦ ਈਸਟ ਐਂਡ ਹੈਜ਼ ਐਨ ਏਰੀਆ ਆਫ ਅਬਾਊਟ 25,000 ਸਕੁਅਰ ਮਾਈਲਸ। ਇੰਨੇ ਫੈਕਟ ਆਪਾਂ ਨਹੀਂ ਦੇਖਣੇ, ਬਸ ਆਪਾਂ ਦੇਖਣਾ ਵੀ ਜਿਹੜਾ ਸਟ੍ਰੇਟ ਆਫ ਮਲੱਕਾ ਅੰਡੇਮਾਨ ਸੀ, ਇੰਡੀਅਨ ਓਸ਼ੀਅਨ, ਸਾਊਥ ਚਾਈਨਾ ਸੀ, ਪੈਸੀਫਿਕ ਓਸ਼ੀਅਨ, ਇਹਨਾਂ ਦੇ ਵਿਚਾਲੇ ਆ। ਓਕੇ, ਮਲੱਕਾ ਸਟ੍ਰੇਟ ਜੁਆਇਨ ਕਰਦੀ ਹੈ ਅੰਡੇਮਾਨ ਸੀ ਅਤੇ ਸਾਊਥ ਚਾਈਨਾ ਸੀ ਨੂੰ। ਲੋਕੇਸ਼ਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਆ ਗਿਆ। ਹੁਣ ਇਹ ਤੋਂ ਬਾਅਦ ਬੇਰਿੰਗ ਸਟ੍ਰੇਟ ਆ ਜਿਹੜੀ ਕਨੈਕਟਸ US ਟੂ ਵਿਚ ਆਫ ਦਾ ਫੋਲੋਇੰਗ ਕੰਟਰੀ। ਹੁਣ ਦੇਖੋ ਬੱਚੇ, ਪਹਿਲਾਂ ਇਹਨਾਂ ਨੇ US ਕਹਿਤਾ, ਹੁਣ US ਨੂੰ ਆਪਾਂ ਸਪੇਨ ਦੇ ਨਾਲ ਤਾਂ ਕਿਵੇਂ ਲਾਈਏ, ਮਤਲਬ ਕਾਫੀ ਜ਼ਿਆਦਾ ਹੋ ਗਿਆ। ਮੈਕਸੀਕੋ ਤਾਂ ਉਹਦੇ ਨਾਲ ਹੀ ਆ ਉੱਥੇ, ਤਾਂ ਰਸ਼ੀਆ ਦੇ ਨਾਲ ਹੁਣ ਆਪਾਂ ਦੇਖਦੇ ਹਾਂ, ਕੈਨੇਡਾ ਵੀ ਉਹਦੇ ਨਾਲ ਹੀ ਆ। ਕੈਨੇਡਾ ਉੱਪਰ ਆ, ਮੈਕਸੀਕੋ ਨੀਚੇ ਆ, ਸਪੇਨ ਯੂਰਪ ਦੇ ਵਿੱਚ ਆ ਜਮਾ ਮਿਡ 'ਚ ਆ। ਤਾਂ ਰਸ਼ੀਆ, ਜੇ ਆਪਾਂ ਧਰਤੀ ਨੂੰ ਗੋਲ ਦੇਖੀਏ, ਕਿਉਂਕਿ ਤੁਸੀਂ ਜੇ ਕਿਤੇ ਮੈਪ ਦੇਖਿਆ ਹੋਊਗਾ ਤਾਂ ਤੁਹਾਨੂੰ ਅੱਧਾ US ਇੱਧਰ ਦਿੰਦਾ, ਅੱਧਾ US ਇੱਧਰ ਵੀ ਦਿੰਦਾ, ਕਿਉਂਕਿ ਜਿਹੜਾ ਆਪਣਾ ਇੱਧਰਲੇ ਪਾਸੇ ਪੈਸੀਫਿਕ ਓਸ਼ੀਅਨ ਦਿੰਦਾ ਤਾਂ ਉਹ ਇੱਧਰ ਵੀ ਪੈਸੀਫਿਕ ਓਸ਼ੀਅਨ ਹੀ ਦਿੰਦਾ ਆਸਟ੍ਰੇਲੀਆ ਦੇ। ਕਿਉਂਕਿ ਜਦੋਂ ਆਪਾਂ ਨੂੰ ਸ਼ੋਅ ਕੀਤਾ ਜਾਂਦਾ ਉਹ ਕਿਸੇ ਚੀਜ਼ ਨੂੰ ਜੇ ਆਪਾਂ ਮਤਲਬ ਕਿ ਤੋੜ ਕੇ ਸਿੱਧਾ ਕਰਨਾ ਹੋਵੇ ਤਾਂ ਉਹ ਸਾਹਮਣੇ ਆਉਂਦਾ, ਪਰ ਜੇ ਉਹਨੂੰ ਆਪਾਂ ਗਲਾਸ ਨੂੰ ਤੋੜ ਕੇ ਸਿੱਧਾ ਕਰੀਏ ਦੈਨ ਆਪਾਂ ਸਾਰੇ ਪਾਸੇ ਵਾਲੀਆਂ ਚੀਜ਼ਾਂ ਇੱਕ ਸਾਹਮਣੇ ਦੇਖ ਸਕਦੇ ਹਾਂ। ਬਟ ਜੇ ਉਸੇ ਨੂੰ ਆਪਾਂ ਦੁਬਾਰੇ ਉਵੇਂ ਫੋਲਡ ਅਰਾਊਂਡ ਕਰ ਦਈਏ ਤਾਂ ਉਹ ਚੀਜ਼ਾਂ ਪਿੱਛੇ ਚਲੀਆਂ ਜਾਣਗੀਆਂ। ਤਾਂ ਇਹਦੇ 'ਚ ਕੀ ਆ, ਐਵੇਂ ਜੇ ਇੱਧਰਲੇ ਪਾਸੇ USA ਆ ਤਾਂ USA ਦਾ ਜਿਹੜਾ ਪੈਸੀਫਿਕ ਓਸ਼ੀਅਨ ਆ ਉਹ ਦੂਸਰੇ ਪਾਸੇ ਰਸ਼ੀਆ ਨੂੰ ਲੱਗਦਾ। ਜਦ ਧਰਤੀ ਨੂੰ ਆਪਾਂ ਗੋਲ ਦੇਖਦੇ ਹਾਂ ਤਾਂ ਜਿਹੜਾ ਬੇਰਿੰਗ ਸਟ੍ਰੇਟ ਆ ਇਹ USA ਨੂੰ ਕਿਹਦੇ ਨਾਲ ਕਨੈਕਟ ਕਰਦਾ, ਇਹ ਕਨੈਕਟ ਕਰਦਾ ਰਸ਼ੀਆ ਦੇ ਨਾਲ। ਇਹਦੇ ਬਾਰੇ ਵੀ ਬਹੁਤ ਇੰਪੋਰਟੈਂਟ ਆ, ਇਹ ਕੁਐਸਚਨ ਬਹੁਤ ਬਣਦੇ ਆ। ਤਾਂ 9ਵਾਂ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਸਟ੍ਰੇਟਸ ਇਜ਼ ਨੋਨ ਐਜ਼ ਦਾ ਬਿਜ਼ੀਐਸਟ ਸ਼ਿਪਿੰਗ ਏਰੀਆ ਇਨ ਦਾ ਵਰਲਡ। ਮਤਲਬ ਸਭ ਤੋਂ ਜ਼ਿਆਦਾ ਜਿਹੜੀ ਬਿਜੀ ਆ ਸ਼ਿਪਿੰਗ ਏਰੀਆ ਦੇ ਲਈ ਉਹ ਹੈਗੀ ਆ ਇੰਗਲਿਸ਼ ਚੈਨਲ। 10 ਡਿਗਰੀ ਚੈਨਲ ਦਾ ਬੱਚੇ ਤੁਹਾਨੂੰ ਸਭ ਨੂੰ ਪਤਾ। ਜਿਬਰਾਲਟਰ, ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਹੁਣ। ਦਾ ਸੁਐਜ ਕਨਾਲ ਕਨੈਕਟਸ। ਹੁਣ ਸੁਐਜ ਕਨਾਲ ਤੁਹਾਨੂੰ ਪਤਾ ਵੀ ਜਦੋਂ ਆਪਣੇ ਅੰਗਰੇਜ਼ ਆਉਂਦੇ ਸੀ
ਅੰਗਰੇਜ਼ਾਂ ਨੂੰ ਪਹਿਲਾਂ ਸਾਰੇ ਆਸੇ-ਪਾਸੇ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ ਸੀ, ਬਟ ਫਿਰ ਉਹਨਾਂ ਨੇ ਕੀ ਕੀਤਾ ਇਸ ਤੋਂ ਬਾਅਦ ਵੀ ਆਪਦੀ ਦੂਰੀ ਘਟਾਉਣ ਦੇ ਲਈ ਉਹਨਾਂ ਨੇ ਪੂਰਾ ਅਫਰੀਕਾ ਕੰਟੀਨੈਂਟ ਘੁੰਮਣ ਦੀ ਬਜਾਏ ਉਹਨਾਂ ਨੇ ਸੋਚਿਆ ਵੀ ਆਪਾਂ ਯੂਰਪ ਤੇ ਏਸ਼ੀਆ ਦੇ ਵਿਚਾਲੇ ਅਫਰੀਕਾ ਦੇ ਵਿੱਚ ਦੀ ਕੋਲ ਦੀ ਹੁੰਦੇ ਹੋਏ ਆਪਾਂ ਇੱਕ ਰਸਤਾ ਕੱਢੀਏ। ਤਾਂ ਉਹਨਾਂ ਨੇ ਮੈਡੀਟੇਰੀਅਨ ਸੀ ਐਂਡ ਰੈੱਡ ਸੀ ਦੇ ਵਿਚਾਲੇ ਇੱਕ ਨਹਿਰ ਕੱਢੀ, ਤਾਂ ਉਸੇ ਨੂੰ ਕਿਹਾ ਜਾਂਦਾ ਸੁਐਜ ਕਨਾਲ ਜਾਂ ਫਿਰ ਸੁਐਜ ਨਹਿਰ। ਤਾਂ ਇਹਦਾ ਕਲੀਅਰ ਆ, ਮੈਡੀਟੇਰੀਅਨ ਸੀ ਐਂਡ ਰੈੱਡ ਸੀ, ਇਹਨਾਂ ਦੋਨਾਂ ਦੇ ਵਿਚਾਲੇ ਇਹ ਕਨੈਕਟ ਕਰਦੀ ਆ। ਹੁਣ ਦੇਖੋ ਇਹ ਇੱਕ ਆਰਟੀਫਿਸ਼ੀਅਲ ਸੀ ਲੈਵਲ ਵਾਟਰਵੇਜ਼ ਆ, ਕਿਹੜੀ ਕੰਟਰੀ ਦੇ ਵਿੱਚ ਆ ਇੰਪੋਰਟੈਂਟ ਆ, ਮਿਸਰ ਦੇ ਵਿੱਚ ਆ। ਤਾਂ ਕਿਹਨੂੰ ਕਿਹਨੂੰ ਕਨੈਕਟ ਕਰਦੀ ਆ ਇਹ ਆਪਾਂ ਦੇਖ ਹੀ ਲਿਆ। ਔਰ ਐਂਡ ਡਿਵਾਈਡਿੰਗ ਅਫਰੀਕਾ ਐਂਡ ਏਸ਼ੀਆ, ਅਫਰੀਕਾ ਤੇ ਏਸ਼ੀਆ ਨੂੰ ਕੀ ਕਰ ਦਿੰਦੀ ਆ, ਡਿਵਾਈਡ ਕਰ ਦਿੰਦੀ ਆ। ਕਿੱਥੋਂ? ਇਜਿਪਟ ਦੇ ਵਿੱਚ। ਇਜਿਪਟ ਨੂੰ ਕੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ? ਮਿਸਰ। ਔਰ ਇਹਦੀ ਇਕੋਨਮੀ ਪੂਰੀ ਤਰ੍ਹਾਂ ਨਾਲ ਡਿਪੈਂਡ ਕਰਦੀ ਆ ਇਸੇ ਨਹਿਰ ਦੇ, ਕਿਉਂਕਿ ਨਹਿਰ ਦੇ ਉੱਤੇ ਟੈਕਸ ਲੈਂਦੇ ਆ ਹਰੇਕ ਸ਼ਿਪ ਤੋਂ, ਤਾਂ ਇਸੇ ਨਾਲ ਇਹਨਾਂ ਦੀ ਇਕੋਨਮੀ ਚੱਲਦੀ ਆ। 1858 ਦੇ ਵਿੱਚ ਜਿਹੜਾ ਸੀਗਾ ਫਰਡੀਨੰਦ, ਉਹਨੇ ਫਾਰਮਡ ਕੀਤੀ ਸੀ ਸੁਐਜ ਕਨਾਲ ਕੰਪਨੀ ਫॉर ਦਾ ਐਕਸਪ੍ਰੈਸ ਪਰਪਸ ਆਫ ਦਾ ਬਿਲਡਿੰਗ ਦਿਸ ਕਨਾਲ। ਤਾਂ 12% ਵਰਲਡ ਦਾ ਟ੍ਰੇਡ ਵੋਲੀਅਮ ਦੇ ਅਕੋਰਡਿੰਗਲੀ ਇਹ ਕਵਰ ਕਰਦੀ ਆ। ਔਰ ਇਜਿਪਟ ਦੀ ਮੇਜਰ ਇਕੋਨਮੀ ਇਸੇ 'ਤੇ ਚੱਲਦੀ ਆ, ਉਹਦੀ ਮੇਜਰ ਸੋਰਸ ਆ ਆਫ ਇਨਕਮ ਦਾ। ਤਾਂ 150 ਸਾਲ ਪੁਰਾਣੀ ਨਹਿਰ ਕੰਟਰੋਲਡ ਬਾਈ ਬ੍ਰਿਟਸ ਐਂਡ ਫ੍ਰੈਂਚ ਇੰਟਰਸਟ ਇਨ ਇਟਸ ਇਨੀਸ਼ੀਅਲ ਈਅਰਸ, ਬਟ ਮਤਲਬ ਨੈਸ਼ਨਲਾਈਜ਼ ਕਦੋਂ ਕੀਤੀ ਗਈ ਆ? 1957 ਦੇ ਵਿੱਚ ਇਜਿਪਟ ਦੇ ਦੁਆਰਾ। ਇਹਨੂੰ ਧਿਆਨ ਦੇ ਵਿੱਚ ਰੱਖਣਾ। ਬਾਕੀ ਹੁਣ ਇਜਿਪਟ ਕਹਿ ਰਿਹਾ ਵੀ 2023 ਤੱਕ ਮੈਂ ਡਬਲ ਕਰ ਦੂੰਗਾ ਰੂਟ, ਵੀ ਇਹਦਾ ਅਸੀਂ ਸਾਈਜ਼ ਆ ਜਿਹੜਾ ਥੋੜ੍ਹਾ ਜਿਹਾ ਹੋਰ ਚੌੜਾ ਕਰਨਾ, ਤਾਂ ਜੋ ਡਬਲ ਸ਼ਿਪ ਉੱਥੋਂ ਦੀ ਕ੍ਰੋਸ ਹੋ ਸਕੇ। ਕਿਉਂਕਿ ਹੁਣ ਪਿੱਛੇ ਜੇ ਖਬਰ ਆਈ ਸੀ 19 ਆਈ ਥਿੰਕ 2021 ਦੀ ਖਬਰ ਆ, ਉਦੋਂ ਇਹਦੇ 'ਚ ਸ਼ਿਪ ਫਸ ਗਈ ਸੀ। ਤਾਂ ਫਿਰ ਕਾਫੀ ਟਾਈਮ ਬਲੌਕ ਹੋ ਰਿਹਾ, ਕਾਫੀ ਸ਼ਿਪਸ ਜਿਹੜੀਆਂ ਇੱਧਰ ਉੱਧਰ ਡਾਇਵਰਟ ਕਰਨੀਆਂ ਪੈ ਗਈਆਂ, ਕਿਉਂਕਿ ਉਹਦੇ 'ਚ ਉਹ ਫਸਣ ਦੇ ਕਾਰਨ ਫਿਰ ਕਾਫੀ ਟਾਈਮ ਬਾਅਦ ਉਹ ਕੱਢੀ ਗਈ। ਤਾਂ ਕਰਕੇ ਉਹ ਕਹਿੰਦੇ ਆ ਵੀ ਹੁਣ ਅਸੀਂ ਇਹਨੂੰ ਚੌੜਾ ਕਰਨ ਜਾ ਰਹੇ ਹਾਂ। ਬਾਕੀ ਜਿਹੜੀ ਇਹ ਨਹਿਰ ਹੈ 5 ਵਾਰੀ ਬੰਦ ਹੋ ਚੁੱਕੀ ਆ। ਤਾਂ ਲਾਸਟ ਟਾਈਮ ਕਦੋਂ ਹੋਈ ਸੀ? ਬਾਅਦ ਰੀਓਪਨ ਜੂਨ 1975, ਠੀਕ ਆ। ਦ ਰੀਓਪਨਡ ਫॉर ਨੈਵੀਗੇਸ਼ਨ ਜੂਨ 1975, ਦਾ ਮੋਸਟ ਸੀਰੀਅਸ ਵਨ ਸਿੰਸ ਲਾਸਟਡ ਫॉर 8 ਈਅਰਸ। ਤਾਂ 8 ਸਾਲਾਂ ਦੇ ਲਈ ਹੋਈ ਸੀ ਜਦੋਂ ਇਹ ਲਾਸਟ 'ਤੇ ਹੋਈ ਸੀ। ਬਸ ਆ ਇਹਦੇ ਬਾਰੇ ਇੰਨੇ ਕੁ ਫੈਕਟ ਸੀ। ਹੁਣ ਆਪਾਂ ਦੇਖਣਾ, ਆਪਾਂ ਸਟਰੇਟ ਦੇ ਬਾਰੇ ਗੱਲ ਕੀਤੀ ਹੈ ਸਾਰੇ ਕੁਐਸਚਨਾਂ ਦੇ ਵਿੱਚ, ਕਿਉਂਕਿ ਇਕੱਲਾ ਸੁਐਜ ਕਨਾਲ ਨੂੰ ਛੱਡ ਕੇ ਇਸ ਤੋਂ ਪਹਿਲਾਂ ਆਪਾਂ 2-3 ਕੁਐਸਚਨਾਂ ਦੇ ਵਿੱਚ ਸਟਰੇਟ ਦੀ ਗੱਲ ਕੀਤੀ ਆ। ਦੈਨ ਹੁਣ ਸਟਰੇਟ ਦੇਖੋ ਹੁੰਦਾ ਕੀ ਆ। ਅ ਸਟਰੇਟ ਇਜ਼ ਅ ਥਿਨ ਚੈਨਲ, ਥਿਨ ਹੁੰਦਾ ਪਤਲਾ ਚੈਨਲ ਆਫ ਵਾਟਰਵੇਜ਼, ਯਾਨੀ ਕਿ ਨੈਰੋ ਪੈਸੇਜ ਆਫ ਵਾਟਰ ਦੈਟ ਕਨੈਕਟ ਟੂ ਸੀਜ਼ ਔਰ ਟੂ ਅਦਰ ਲਾਰਜ ਏਰੀਆ ਆਫ ਵਾਟਰ। ਮਤਲਬ ਇੱਧਰ ਵੱਡਾ ਕੋਈ ਸਮੁੰਦਰ ਆ, ਇੱਥੇ, ਠੀਕ ਆ, ਇੱਥੇ ਕੋਈ ਵੱਡਾ ਸਮੁੰਦਰ ਆ, ਤਾਂ ਇਹਨਾਂ ਦੇ ਵਿਚਾਲੇ ਆ ਜਿਹੜਾ ਇਹਨਾਂ ਨੂੰ ਕਨੈਕਟ ਕਰਾਵੇ, ਠੀਕ ਆ, ਇਹਨਾਂ ਨੂੰ ਕਨੈਕਟ ਕਰਾਵੇ, ਇਹਨੂੰ ਕਿਹਾ ਜਾਂਦਾ ਸਟਰੇਟ। ਤਾਂ ਤੁਹਾਨੂੰ ਸਟਰੇਟ ਕਲੀਅਰ ਹੋ ਗਿਆ। ਦਾ ਫੋਲੋਇੰਗ ਆਰ ਦਾ ਮੇਨ ਕਰੈਕਟਰਿਸਟਿਕਸ ਆਫ ਅ ਸਟਰੇਟ। ਸਟਰੇਟ ਦੀਆਂ ਕੁਝ ਹੁੰਦੀਆਂ, ਦੇਖੋ, ਫਾਰਮਡ ਬਾਈ ਨੈਚੁਰਲ ਪ੍ਰੋਸੈਸ। ਇਹ ਕੀ ਹੁੰਦਾ? ਨੈਚੁਰਲ ਪ੍ਰੋਸੈਸ ਹੁੰਦਾ। ਨੈਰੋਅਰ ਦੈਨ ਦਾ ਸੀਜ਼ ਦੇ ਨਾਲੋਂ ਤੰਗ ਹੁੰਦਾ, ਐਂਡ ਕਨੈਕਟ ਕਰਦਾ, ਔਰ ਨੈਵੀਗੇਬਲ ਹੁੰਦਾ। ਬਾਕੀ ਹੁਣ ਮੇਜਰ ਸਟਰੇਟਸ ਨੇ ਜਿਹੜੀਆਂ, ਇਹਨਾਂ ਦੇ ਬਾਰੇ ਆਪਾਂ ਗੱਲ ਕਰੀਏ। ਪਾਕ ਸਟਰੇਟ, ਤਾਂ ਜਿਹੜੀਆਂ ਤਾਂ ਆਪਣੇ ਇੰਡੀਆ ਦੇ ਨਾਲ ਲੱਗਦੀਆਂ ਨੇ ਉਹਨਾਂ ਦੇ ਬਾਰੇ ਤਾਂ ਬੱਚੇ ਫੈਕਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਆ। ਪਾਕ ਸਟਰੇਟ ਇਹ ਆਪਣੇ ਪਾਕ ਬੇ ਐਂਡ ਬੇ ਆਫ ਬੰਗਾਲ ਨੂੰ ਕਨੈਕਟ ਕਰਦੀ ਆ, ਲੋਕੇਸ਼ਨ ਇੰਡੀਆ ਐਂਡ ਸ੍ਰੀਲੰਕਾ। ਇਹਦੇ ਬਾਅਦ ਸੁੰਡਾ ਸਟਰੇਟ, ਜਾਵਾ ਸੀ, ਇੰਡੀਅਨ ਓਸ਼ੀਅਨ ਲਾਗੇ ਨਾਲ ਇੰਪੋਰਟੈਂਟ ਆ, ਲੋਕੇਸ਼ਨ ਕਿੱਥੇ ਆ? ਇੰਡੋਨੇਸ਼ੀਆ ਦੇ ਵਿੱਚ। ਕੁੱਕ ਸਟਰੇਟ ਸਾਊਥ ਪੈਸੀਫਿਕ ਓਸ਼ੀਅਨ ਦੇ ਵਿੱਚ ਆ, ਲੋਕੇਸ਼ਨ ਨਿਊਜ਼ੀਲੈਂਡ। ਇਸ ਤੋਂ ਬਾਅਦ ਜਿਹੜੀ ਹੈਗੀ ਆ ਮੋਜ਼ੈਂਬੀਕੋ ਸਟਰੇਟ, ਇੰਡੀਅਨ ਓਸ਼ੀਅਨ ਦੇ ਵਿੱਚ ਆ। ਔਰ ਜਿਹੜੀ ਹੈਗੀ ਆ ਬੈਰਿੰਗ ਸਟ੍ਰੇਟ, ਇਹਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਇਹ ਬੈਰਿੰਗ ਸੀ ਐਂਡ ਚੁਸਕੀ ਸੀ ਦੇ ਵਿਚਾਲੇ ਆ, ਜੁਆਇਨ ਕਰਾਉਂਦੀ ਹੈ ਇਹਨਾਂ ਨੂੰ। ਔਰ ਅਲਾਸਕਾ ਅਤੇ ਰਸ਼ੀਆ। ਅਲਾਸਕਾ USA ਦੇ ਜਮ੍ਹਾਂ ਵੈਸਟ ਵਾਲੀ ਸਾਈਡ 'ਤੇ ਲੱਗਦਾ, ਇਹ ਤੁਸੀਂ ਧਿਆਨ 'ਚ ਰੱਖਣਾ। ਇਹ ਤੋਂ ਬਾਅਦ ਜਿਬਰਾਲਟਰ ਸਟਰੇਟ ਆ ਜਿਹੜੀ, ਇਹ ਮੈਡੀਟੇਰੀਅਨ ਸੀ ਐਂਡ ਅਟਲਾਂਟਿਕ ਓਸ਼ੀਅਨ ਦੇ ਵਿਚਾਲੇ ਆ, ਓਕੇ। ਔਰ ਸਪੇਨ ਅਤੇ ਮੋਰੱਕੋ, ਜਾਂ ਕਿਸੇ ਨੇ ਵਰਲਡ ਮੈਪ ਦੇਖਿਆ ਹੋਊਗਾ ਤੁਸੀਂ, ਜਿੱਥੋਂ ਦਾ ਮੈਡੀਟੇਰੀਅਨ ਸੀ ਆ ਉਹਦੇ ਵਿਚਾਲੇ ਇਹ ਵਾਲੀ ਆ। ਤਾਂ ਬੱਚੇ ਇਹ ਸੀਗੇ ਅੱਜ ਇੰਪੋਰਟੈਂਟ ਆਪਣੇ 10 MCQ। ਤਾਂ ਇਹਦੇ ਨਾਲ ਜਿੰਨੇ ਉਹਨਾਂ ਦੇ ਫੈਕਟ ਬਣੇ ਆ ਮੈਂ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਵੀ ਤੁਹਾਨੂੰ ਸਮਝ ਲੱਗੇ ਹੋਣਗੇ ਫੈਕਟ ਵੀ ਔਰ ਕੁਐਸਚਨ ਵੀ। ਦੇਖੋ ਬੱਚੇ, ਅਗਰ ਮੈਂ ਤੁਹਾਨੂੰ ਇਕੱਲੇ ਸਿੰਪਲ ਕੁਐਸਚਨ ਕਰਵਾਉਣੇ ਹੋਣ ਤਾਂ ਆਪਣਾ ਸਿਰਫ 5 ਤੋਂ 10 ਮਿੰਟ ਦਾ ਕੰਮ ਹੁੰਦਾ। ਤੁਹਾਨੂੰ ਕੁਐਸਚਨ ਕਰਵਾਇਆ, ਆਪਸ਼ਨਾਂ ਦੱਸੀਆਂ, ਬਸ ਡਨ। ਪਰ ਆਪਾਂ ਇਕੱਲਾ ਕੁਐਸਚਨ ਵਾਲਾ ਕੰਮ ਨਹੀਂ ਕਰ ਰਹੇ। ਕੁਐਸਚਨ ਤਾਂ ਇੱਕ ਬਸ ਤੁਹਾਡੀ ਰਿਵੀਜ਼ਨ ਨੂੰ ਜਾਂ ਫਿਰ ਤੁਹਾਡਾ ਧਿਆਨ ਇੱਕ ਜਗ੍ਹਾ ਟਿਕਾਉਣ ਦੇ ਲਈ ਹੁੰਦਾ, ਤਾਂ ਜੋ ਉਹਦੇ ਫੈਕਟ ਤੁਸੀਂ ਧਿਆਨ ਦੇ ਨਾਲ ਸੁਣ ਸਕੋ। ਨਹੀਂ, ਆਪਣਾ ਮੇਨ ਮੋਟਿਵ ਆ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫੈਕਟ ਕਰਵਾਏ ਜਾਣ। ਤਾਂ ਕਰਕੇ ਆਪਾਂ ਨੂੰ ਇੱਕ ਬਸ ਟੌਪਿਕ ਮਿਲ ਜਾਂਦਾ ਵੀ ਇਹਦੇ ਰਿਗਾਰਡਿੰਗਲੀ ਹੁਣ ਆਪਾਂ ਬੋਲਣਾ।
ਜਿਵੇਂ ਕਿ ਕੁਐਸਚਨ ਤੁਹਾਨੂੰ ਇੱਕ ਦਿਖਾਤਾ ਵੀ ਸਟਰੇਟ ਦੇ ਬਾਰੇ ਆ, ਜਾਂ ਫਿਰ ਸੁਐਜ ਕਨਾਲ ਦੇ ਬਾਰੇ ਆ ਗਿਆ, ਜਾਂ ਫਿਰ ਵੀਨਸ ਦੇ ਬਾਰੇ ਆ, ਤਾਂ ਉਹ ਚੀਜ਼ ਸੀਗੀ ਤਾਂ ਆਪਾਂ ਕੁਐਸਚਨ ਰੱਖੇ ਨੇ। ਤਾਂ ਇਹ ਕੁਐਸਚਨ ਉਹ ਨਹੀਂ ਰੱਖੇ ਵੀ ਮੈਂ ਆਪਦੇ ਕੋਲੋਂ ਖੁਦ ਤੋਂ ਫਰੇਮ ਕੀਤੇ ਆ, ਜਾਂ ਇੱਧਰੋਂ ਉੱਧਰੋਂ ਜਿਹੜੇ ਪਹਿਲਾਂ ਵਾਲੇ ਕੁਐਸਚਨਸ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਤਾਂ ਉਹ ਕੁਐਸਚਨ ਬੱਚੇ ਤੁਹਾਡੇ ਨਾਲ ਡਿਸਕਸ ਕੀਤੇ ਗਏ ਆ। ਈਵਨ ਕੋਈ ਵੀ ਸਟੇਟ ਲੈਵਲ ਤੋਂ ਨੀਚੇ ਦਾ ਕੁਐਸਚਨ ਆਪਾਂ ਨਹੀਂ ਤੁਹਾਡੇ ਨਾਲ ਡਿਸਕਸ ਕੀਤਾ, ਸਾਰੇ ਸਟੇਟ ਐਗਜ਼ਾਮਸ ਦੇ ਵਿੱਚ ਜਾਂ ਫਿਰ UPSC ਦੇ ਦੁਆਰਾ ਪੁੱਛੇ ਹੋਏ ਕੁਐਸਚਨ ਆ। ਤਾਂ ਇਹਨਾਂ ਸਭ ਨੂੰ ਤੁਸੀਂ ਇੱਕ ਵਾਰ ਤੋਂ ਧਿਆਨ 'ਚ ਰੱਖਿਓ। ਔਰ ਜਿਹੜੇ ਚੈਨਲ ਦੇ ਉੱਤੇ ਨਵੇਂ ਆ ਬੱਚੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਔਰ ਜਿਨ੍ਹਾਂ ਨੂੰ PDF ਵਗੈਰਾ ਚਾਹੀਦਾ ਹੋਇਆ ਉਹ ਤੁਸੀਂ ਟੈਲੀਗ੍ਰਾਮ ਉੱਪਰ ਮੈਸੇਜ ਕਰ ਦਿਓ ਵੀ ਸਰ PDF ਆਹ ਵਾਲੀ ਕਲਾਸ ਦੀ ਸਾਨੂੰ ਚਾਹੀਦੀ ਆ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਜਿਹੜੇ ਬੱਚੇ ਨਵੇਂ ਆ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਲਿਓ। ਔਰ ਵੀਡੀਓ ਨੂੰ ਲਾਈਕ ਕਰਕੇ ਆਪਣਾ ਕਮੈਂਟ ਕਰਕੇ ਫੀਡਬੈਕ ਜ਼ਰੂਰ ਦੇਣਾ ਜਿਹੜੇ ਕੁਐਸਚਨ ਤੁਹਾਨੂੰ ਪੁੱਛੇ ਗਏ ਆ। ਬੱਚੇ ਹਰੇਕ ਕੁਐਸਚਨ ਦਾ ਆਨਸਰ ਆਪਦੇ ਕੋਲੋਂ ਖੁਦ ਤੋਂ ਥੋੜ੍ਹੀ ਰਿਸਰਚ ਕਰਕੇ ਜ਼ਰੂਰ ਦਿਆ ਕਰੋ। ਤੁਹਾਨੂੰ ਉਹਦੇ ਬਾਰੇ ਕੁਝ ਫੈਕਟ ਨੇ ਜਿਹੜੇ ਉਹ ਨਵੇਂ ਪਤਾ ਲੱਗਦੇ ਆ। ਅੱਜ 22 ਅਪ੍ਰੈਲ ਸੀ ਤਾਂ ਸਾਰੇ ਬੱਚਿਆਂ ਨੇ ਇੱਕ ਇੱਕ ਦਰਖਤ ਲਾਉਣ ਦੀ ਕੋਸ਼ਿਸ਼ ਕਰਨੀ ਆ, ਤਾਂ ਜੋ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਦਰਖਤ 50-100 ਦਾ ਲੈ ਕੇ ਕਿਤੇ ਵੀ ਉਹਨੂੰ ਆਪਾਂ ਟੋਆ ਪੱਟਿਆ ਔਰ ਲਾਤਾ, ਦੈਨ ਫੋਟੋ ਪਾਈ, ਸੈਲਫੀ ਕੀਤੀ, ਇੱਧਰ ਉੱਧਰ ਵੀਡੀਓ ਬਣਾ ਕੇ ਰੀਲਸ ਬਣਾ ਕੇ ਸ਼ੇਅਰ ਕਰਤੀਆਂ ਵੀ ਅਸੀਂ ਦਰਖਤ ਲਾਇਆ, ਭਲਾ ਕੀਤਾ। ਉਹਨੂੰ ਤੁਸੀਂ ਇੱਕ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲੈਣੀ ਹੁੰਦੀ ਆ ਵੀ ਹਾਂ ਅਸੀਂ ਇਹਨੂੰ ਪਾਣੀ ਪਾਵਾਂਗੇ, ਇਹਦੀ ਪਰਵਰਿਸ਼ ਕਰਾਂਗੇ, ਡੰਗਰ ਪਸ਼ੂਆਂ ਦੇ ਖਾਣ ਤੋਂ ਬਚਾਉਣਾ ਉਹਨੂੰ, ਤਾਂ ਜੋ ਵੱਡਾ ਹੋ ਕੇ ਉਹ ਤੁਸੀਂ ਇੱਕ ਦਰਖਤ ਲਾਓਗੇ, ਹੋ ਸਕਦਾ ਤੁਹਾਡੇ ਪਰਿਵਾਰ ਦੇ ਕਿੰਨੇ ਹੀ ਪੀੜ੍ਹੀਆਂ ਨੂੰ, ਜੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਸਾਹ ਪ੍ਰੋਵਾਈਡ ਕਰਵਾਉਣੀ ਆ ਉਹਨੇ। ਤਾਂ ਕਰਕੇ ਬੱਚੇ ਤੁਹਾਡਾ ਫਰਜ਼ ਬਣਦਾ ਤੁਸੀਂ ਹਰੇਕ ਇੱਕ ਇੱਕ ਟਰੀ ਜ਼ਰੂਰ ਲਾਓ। ਜੇ ਨਹੀਂ ਵੀ ਲਾ ਸਕਦੇ ਤਾਂ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਦੀ ਦੇਖਭਾਲ ਚੰਗੇ ਤਰੀਕੇ ਨਾਲ ਕਰੋ। ਔਰ ਆਪਣੇ ਇਨਵਾਇਰਨਮੈਂਟ ਨੂੰ, ਆਪਣੀ ਅਰਥ ਨੂੰ ਮਾਤ ਸਮਝ ਕੇ, ਕਿਉਂਕਿ ਆਪਣੇ ਗੁਰੂ ਸਾਹਿਬਾਨ ਵੀ ਧਰਤ ਨੂੰ ਮਾਤਾ ਕਹਿ ਕੇ ਗਏ ਆ, ਤਾਂ ਇਹਦੀ ਤੁਸੀਂ ਕਦਰ ਕਰੋਗੇ ਔਰ ਇਹਦੇ ਬਾਰੇ ਅਵੇਅਰ ਰਹੋਗੇ। ਲੋਕਾਂ ਨੂੰ, ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਹਾਡਾ ਪੜ੍ਹੇ ਲਿਖੇ ਦਾ ਮਤਲਬ ਤਾਂ ਹੀ ਬਣੇਗਾ ਜੇ ਤੁਸੀਂ ਬਾਕੀਆਂ ਨੂੰ ਵੀ ਇਸ ਬਾਰੇ ਸਮਝਾਵੋ ਵੀ ਹਾਂ ਵੀ ਆਹ ਚੀਜ਼ ਐਵੇਂ ਨੁਕਸਾਨ ਆ, ਦੈਨ ਤਾਂ ਤੁਹਾਡੀ ਪੜ੍ਹਾਈ ਲਿਖਾਈ ਦਾ ਮੁੱਲ ਪੈਣਾ। ਬੱਚੇ ਉਮੀਦ ਕਰਦਾ ਵੀ ਤੁਸੀਂ ਕਈਆਂ ਗੱਲਾਂ 'ਤੇ ਅਮਲ ਜ਼ਰੂਰ ਕਰੋਗੇ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਟੇਕ ਕੇਅਰ, ਬਾਏ ਬਾਏ।